ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਦੇ ਅੰਗ ਨੰਬਰ 19 ਤੇ ਵਿਚਾਲੇ ਜੇ ਕਰਕੇ ਹੈ 2 ਨੰਬਰ ਤੋਂ ਬਾਅਦ। ਮੋਈ ਪ੍ਰੀਤ ਪਿਆਰ ਗਿਆ, ਮੂਆ ਵੈਰ ਵਿਰੋਧ, ਧੰਦਾ ਥੱਕਾ ਹਉ ਮੋਈ, ਮਮਤਾ ਮਾਇਆ ਕ੍ਰੋਧ, ਕਰਮ ਮਿਲੈ ਸੱਚ ਪਾਈਐ, ਗੁਰਮੁਖ ਸਦਾ ਨਿਰੋਧ। ਕਰਮ ਮਿਲੈ ਸੱਚ ਪਾਈਐ। ਜੇ ਪਰਮਾਤਮਾ ਦੀ ਬਖਸ਼ਿਸ਼ ਹੋ ਜਾਏ, ਕਰਮ ਬਖਸ਼ਿਸ਼ ਨੂੰ ਕਹਿੰਦੇ। ਜੇ ਪਰਮਾਤਮਾ ਦੀ ਬਖਸ਼ਿਸ਼ ਹੋ ਜਾਏ, ਸੱਚ ਪਾਈਏ, ਫਿਰ ਪਰਮਾਤਮਾ ਮਿਲ ਜਾਂਦਾ ਹੈ। ਜਦੋਂ ਪਰਮਾਤਮਾ ਮਿਲਦਾ ਹੈ, ਇਹ ਬੰਦਾ ਗੁਰਮੁਖ ਹੋ ਜਾਂਦਾ ਹੈ। ਜਦੋਂ ਗੁਰਮੁਖ ਹੋ ਜਾਂਦਾ ਹੈ, ਸਦਾ ਨਿਰੋਧ। ਫਿਰ ਇੰਦਰੀਆਂ ਦਾ ਇਸ 'ਤੇ ਕੰਟਰੋਲ ਹੁੰਦਾ ਹੈ। ਇਹ ਇੰਦਰੀਆਂ 'ਤੇ ਕੰਟਰੋਲ ਕਰ ਲੈਂਦਾ ਹੈ। ਹੁਣ ਤਾਂ ਇੰਦਰੀਆਂ ਦਾ ਸਾਡੇ 'ਤੇ ਕੰਟਰੋਲ ਹੈ, ਫਿਰ ਸਾਡਾ ਇੰਦਰੀਆਂ 'ਤੇ ਕੰਟਰੋਲ ਹੋ ਜਾਂਦਾ ਹੈ। ਜਦੋਂ ਫਿਰ ਪਰਮਾਤਮਾ ਮਿਲਦਾ ਹੈ, ਗੁਰੂ ਮਹਾਰਾਜ ਕਾ ਉਦੋਂ ਮੋਈ ਪ੍ਰੀਤ ਪਿਆਰ ਗਿਆ, ਮੂਆ ਵੈਰ ਵਿਰੋਧ। ਅੰਦਰੋਂ ਪਤਨੀ ਨਾਲ ਜੋ ਪਿਆਰ ਸੀ ਉਹ ਵੀ ਖਤਮ ਹੋ ਜਾਂਦਾ ਹੈ। ਜਿਹੜਾ ਪਰਿਵਾਰ ਨਾਲ ਪਿਆਰ ਸੀ ਉਹ ਵੀ ਖਤਮ ਹੋ ਜਾਂਦਾ ਹੈ। ਅੰਦਰ ਜਿਹੜਾ ਵੈਰ ਵਿਰੋਧ ਸੀ ਉਹ ਵੀ ਖਤਮ ਹੋ ਜਾਂਦਾ ਹੈ। ਧੰਦਾ ਥੱਕਾ, ਜਿਹੜੇ ਸੰਸਾਰਕ ਝੰਜਟ ਨੇ ਇਹ ਵੀ ਖਤਮ ਹੋ ਜਾਂਦੇ ਨੇ। ਹਉ ਹੋਈ, ਅੰਦਰ ਜਿਹੜੀ ਹਉ ਸੀ ਉਹ ਵੀ ਮਰ ਜਾਂਦੀ ਹੈ। ਮਾਇਆ ਦੀ ਮਮਤਾ, ਮਾਇਆ ਦਾ ਮੋਹ ਉਹ ਵੀ ਮਰ ਜਾਂਦਾ। ਅੰਦਰੋਂ ਕ੍ਰੋਧ ਉਹ ਵੀ ਮਰ ਜਾਂਦਾ। ਭਾਵ ਪਰਮਾਤਮਾ ਦੇ ਮਿਲਣ ਨਾਲ ਇਹ ਮਨੁੱਖ ਜਿਹੜਾ ਹੈ ਇਹ ਨਿਰਲੇਪ ਹੋ ਜਾਂਦਾ ਹੈ। ਜਦੋਂ ਅੰਦਰੋਂ ਮੋਹ ਮਰਦਾ ਹੈ, ਫਿਰ ਆਪੇ ਸਭ ਕੁਝ ਮਰ ਜਾਂਦਾ। ਪਰਮਾਤਮਾ ਨੂੰ ਮਿਲਣ ਦੇ ਸਭ ਤੋਂ ਵੱਡੀ ਰੁਕਾਵਟ ਮੈਂ ਦੇਖਿਆ ਮੋਹ ਹੈ। ਮੋਹ 3 ਚੀਜ਼ਾਂ ਦਾ ਹੁੰਦਾ ਹੈ: ਚੀਜ਼ਾਂ ਦਾ, ਧਨ ਦਾ ਅਤੇ ਸੰਸਾਰ ਦਾ। ਜਦੋਂ ਮੋਹ ਖਤਮ ਹੁੰਦਾ ਹੈ, ਉਦੋਂ ਹੀ ਜਾ ਕੇ ਗੱਲ ਬਣਦੀ ਹੈ। ਨਹੀਂ ਤਾਂ ਜਿਹੜਾ ਮੋਹ ਹੈ, ਜਦੋਂ ਆਪਾਂ ਭਜਨ ਬੰਦਗੀ ਕਰਦੇ ਹਾਂ, ਜਾਂ ਤਾਂ ਆਪਾਂ ਨੂੰ ਕੋਈ ਸਰੀਰ ਯਾਦ ਆਉਂਦਾ, ਜਾਂ ਕੋਈ ਚੀਜ਼ ਯਾਦ ਆਉਂਦੀ ਹੈ, ਜਾਂ ਮਾਇਆ ਯਾਦ ਆਉਂਦੀ ਹੈ। ਕਦੇ ਵੀ ਤੁਸੀਂ ਪਾਠ ਕਰਦੇ ਹੋਏ, ਸਿਮਰਨ ਕਰਦੇ ਹੋਏ ਵੇਖ ਲਿਓ, ਇਹਨਾਂ 3 ਚੀਜ਼ਾਂ ਪਾਸੇ ਸਾਡਾ ਧਿਆਨ ਜਾਂਦਾ। ਇਹ ਸਭ ਕੁਛ ਅੰਦਰੋਂ ਫਿਰ ਖਤਮ ਹੋ ਜਾਂਦਾ। ਅੱਗੇ ਕਹਿੰਦੇ ਸੱਚੀ ਕਾਰੈ ਸੱਚ ਮਿਲੈ, ਗੁਰਮਤਿ ਪੱਲੇ ਪਾਏ, ਸੋ ਨਰ ਜੰਮੈ ਨਾ ਮਰੈ, ਨਾ ਆਵੈ ਨਾ ਜਾਏ, ਨਾਨਕ ਦਰ ਪ੍ਰਧਾਨ ਸੋ, ਦਰਗਾਹ ਪੈਦਾ ਜਾਏ। ਸੱਚੀ ਕਾਰ ਹੈ। ਸੱਚੀ ਕਾਰ ਹੈ ਨਾਮ ਜਪਣਾ। ਇਹ ਸੱਚੀ ਕਾਰ ਹੈ। ਬਾਕੀ ਸਾਰੇ ਕੰਮ ਕੂੜ ਨੇ। ਜਿਹੜਾ ਸੱਚੀ ਕਾਰ ਹੈ ਉਹ ਹੈ ਨਾਮ ਜਪਣਾ। ਜੇ ਅਸੀਂ ਨਾਮ ਜਪ ਰਹੇ ਹਾਂ, ਅਸੀਂ ਸੱਚੀ ਕਾਰ ਕਰ ਰਹੇ ਹਾਂ। ਸੱਚੀ ਕਾਰ ਹੈ ਸੱਚ ਮਿਲੇ। ਜਦੋਂ ਮਨੁੱਖ ਨਾਮ ਜਪਣ ਦਾ ਕੰਮ ਕਰਦਾ ਹੈ, ਫਿਰ ਉਹਨੂੰ ਸੱਚ ਭਾਵ ਪਰਮਾਤਮਾ ਮਿਲਦਾ ਹੈ। ਗੁਰਮਤਿ ਪੱਲੇ ਪਾਏ, ਫਿਰ ਇਹ ਗੁਰੂ ਦੀ ਮੱਤ 'ਤੇ ਚੱਲਦਾ ਹੈ। ਗੁਰੂ ਦੀ ਮੱਤ ਨੂੰ ਪੱਲੇ 'ਚ ਬੰਨ੍ਹ ਲੈਂਦਾ ਹੈ, ਭਾਵ ਗੁਰੂ ਦੀ ਮੱਤ ਅਨੁਸਾਰ ਚੱਲਦਾ ਹੈ, ਨਾਮ ਜਪਦਾ ਹੈ, ਅਤੇ ਫਿਰ ਇਸ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਸੋ ਨਰ ਜੰਮੈ ਨਾ ਮਰੈ, ਨਾ ਆਵੈ ਨਾ ਜਾਏ। ਉਹ ਵਿਅਕਤੀ
ਜਿਸ ਨੂੰ ਪਰਮਾਤਮਾ ਮਿਲਦਾ ਹੈ, ਭਾਵ ਜੋ ਸੱਚੀ ਕਾਰਜ ਲੱਗਾ ਹੋਇਆ ਹੈ, ਉਹ ਫਿਰ ਦੁਬਾਰਾ ਨਾ ਜੰਮਦਾ, ਨਾ ਫਿਰ ਮਰਦਾ, ਨਾ ਆਵੇ, ਨਾ ਆਉਂਦਾ, ਨਾ ਜਾਏ, ਨਾ ਇਸ ਸੰਸਾਰ ਤੋਂ ਜਾਂਦਾ। ਭਾਵ ਉਹਦਾ ਜੰਮਣ ਮਰਨ ਖਤਮ ਹੋ ਜਾਂਦਾ ਹੈ। ਨਾਨਕ ਦਰ ਪ੍ਰਧਾਨ ਸੋ, ਉਹ ਵਿਅਕਤੀ ਜਿਨ੍ਹਾਂ ਨੇ ਸੱਚੀ ਕਾਰ ਕੀਤੀ, ਜਿਨ੍ਹਾਂ ਨੂੰ ਪਰਮਾਤਮਾ ਮਿਲ ਪਿਆ ਹੈ, ਉਹ ਪਰਮਾਤਮਾ ਦੇ ਦਰ 'ਤੇ ਵੀ ਪ੍ਰਧਾਨ ਹਨ। ਪਰਮਾਤਮਾ ਦੇ ਦਰ 'ਤੇ ਵੀ ਉਹ ਪ੍ਰਧਾਨ ਪੁਰਖ ਹਨ, ਮਹਾਂਪੁਰਖ ਹਨ। ਸੋ ਦਰਗਾਹ ਪੈਦਾ ਜਾਏ, ਇਹੋ ਜਿਹਾ ਬੰਦਾ ਸਰੋਪਾ ਲੈ ਕੇ ਦਰਗਾਹ 'ਚ ਜਾਂਦਾ, ਭਾਵ ਆਦਰ ਮਾਣ ਸਤਿਕਾਰ ਦੇ ਨਾਲ ਪਰਮਾਤਮਾ ਦੀ ਦਰਗਾਹ 'ਚ ਪਹੁੰਚਦਾ ਹੈ। ਸੋ ਸੱਚੀ ਕਾਰ ਕਰਨੀ ਚਾਹੀਦੀ ਹੈ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ। ਕਿਉਂਕਿ ਜਦੋਂ ਤੁਸੀਂ ਬਾਣੀ ਪੜ੍ਹੋਗੇ, ਨਾਮ ਜਪੋਗੇ, ਫਿਰ ਜੋ ਵੀ ਤੁਸੀਂ ਕਰਮ ਕਰੋਗੇ, ਪਰਮਾਤਮਾ ਉਹਦੇ 'ਚ ਇੱਕ ਤਾਂ ਬਰਕਤ ਪਾ ਦੇਗਾ, ਇੱਕ ਵਿਘਨ ਜਿਹੜੇ ਪੈ ਰਹੇ ਨੇ ਉਹ ਦੂਰ ਹੋ ਜਾਣਗੇ, ਕਾਰਜ ਛੇਤੀ ਰਾਸ ਹੋਵੇਗਾ। ਇਸ ਲਈ ਨਾਮ ਜਪਣਾ। ਕਈ ਵਾਰੀ ਮੇਰੇ ਕੋਲ ਕਿਸਾਨ ਆ ਜਾਂਦੇ ਨੇ, ਮੈਂ ਉਹਨਾਂ ਨੂੰ ਕਹਿੰਦਾ ਨਾ, ਮੇਰੀ ਗੱਲ ਸੁਣ ਲਓ, ਜੇ ਤੁਸੀਂ ਚਾਹੁੰਦੇ ਹੋ ਤੁਹਾਡੀ ਫਸਲ ਵਧੀਆ ਹੋਵੇ, ਇੱਕ ਕੰਮ ਕਰਿਓ, ਦਿਨ 'ਚ ਇੱਕ ਵਾਰੀ ਖੇਤ ਜਾਣਾ, ਉੱਥੇ ਕਿਸੇ ਵੀ, ਜੇ ਗਰਮੀਆਂ ਦਾ ਮੌਸਮ ਹੈ, ਕਿਸੇ ਦਰਖਤ ਹੇਠਾਂ ਬੈਠ ਜਾਓ, ਸਰਦੀਆਂ ਦਾ ਮੌਸਮ ਹੈ, ਆਪਣੀ ਕੁਰਸੀ ਮੰਜਾ ਢਾ ਕੇ ਧੁੱਪੇ ਬੈਠ ਸਕਦੇ ਹੋ। 1 ਘੰਟਾ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ, ਫਿਰ ਗੁਰੂ ਨਾਨਕ ਜੀ ਨੇ ਬੇਨਤੀ ਕਰਨੀ ਹੈ, ਮੇਰੀ ਫਸਲ ਵਧੀਆ ਹੋਵੇ। ਅਤੇ ਜਿੰਨਾ ਚਿਰ ਤੁਸੀਂ ਫਸਲ ਵੱਢ ਨਹੀਂ ਲੈਂਦੇ, ਉਹਨਾਂ ਚਿਰ ਕਰੀ ਜਾਣਾ, ਤੁਹਾਡੀ ਫਸਲ ਵਧੀਆ ਹੋਵੇਗੀ। ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਕੋਈ ਚਿੰਤਾ ਕਰਨ ਦੀ ਲੋੜ। ਪਰਮਾਤਮਾ ਉਹਦੇ ਵਿੱਚ ਬਰਕਤ ਪਾਵੇਗਾ, ਝਾੜ ਵੀ ਵਧੀਆ ਹੋਵੇਗਾ, ਤੁਹਾਡੀ ਫਸਲ ਦਾ ਝਾੜ ਵੀ ਵਧੀਆ ਹੋਵੇਗਾ। ਪਰ ਕਰੇ ਕੌਣ? ਇੱਥੇ ਤਾਂ ਆ ਜਾਣਗੇ, ਬਾਬਾ ਜੀ ਮੈਂ ਕਨੇਡਾ ਜਾਣਾ, ਮੈਂ ਆ ਪਾਠ ਕਰ, ਕਹਿਣਗੇ ਮੇਰੀ ਮਾਂ ਕਰ ਲੈ ਜੀ। ਅਸੀਂ ਆਪਣੇ ਭਲੇ ਲਈ ਹੀ ਪਾਠ ਕਰਨ ਨੂੰ ਤਿਆਰ ਨਹੀਂ। ਇਹੋ ਜਿਹੇ ਲੋਕਾਂ ਤੋਂ ਕੀ ਉਮੀਦ ਹੈ ਕਿ ਕੱਲ੍ਹ ਨੂੰ ਤੁਹਾਡੀ ਕੋਈ ਸਹਾਇਤਾ ਕਰਨਗੇ? ਇਹਦੀ ਆਪਣੀ ਸਹਾਇਤਾ ਕਰਨ ਨੂੰ ਤਿਆਰ ਨਹੀਂ। ਬਾਈਬਲ 'ਚ ਲਿਖਿਆ, ਗੋਡ ਹੈਲਪਸ ਦੋਜ਼ ਹੂ ਹੈਲਪ ਦੈਮਸੈਲਵਜ਼। ਪਰਮਾਤਮਾ ਉਹਨਾਂ ਦੀ ਸਹਾਇਤਾ ਕਰਦਾ ਜਿਹੜੇ ਆਪਣੀ ਸਹਾਇਤਾ ਆਪ ਕਰਦੇ ਨੇ, ਭਾਵ ਜਿਹੜੇ ਯਤਨ ਕਰਦੇ ਨੇ। ਅਸੀਂ ਆਪ ਕੁਛ ਕਰਦੇ ਹੀ ਨਹੀਂ, ਵੀ ਕੋਈ ਕਰਦਾ ਜੀ ਸਾਡਾ। ਇਸ ਲਈ ਫਿਰ ਉਹ ਗੱਲ ਬਣਦੀ ਨਹੀਂ ਹੈਗੀ। ਕਹਿੰਦੇ ਆਪਣ ਹੱਥੀਂ ਆਪਣਾ ਆਪੇ ਹੀ ਕਾਰਜ ਸਵਾਰੀਏ। ਆਪਣਾ ਕਾਰਜ ਆਪ ਹੀ ਸਵਾਰੋ, ਕਿਸੇ 'ਤੇ ਕਿਉਂ ਉਮੀਦ ਰੱਖਦੇ ਹੋ? ਅਤੇ ਕਾਰਜ ਕਿਹੜੇ? ਨਾਮ ਜਪਣ ਦਾ। ਨਾਮ ਜਪੋ। ਕਹਿੰਦੇ ਅਗਰ ਮਨੁੱਖ ਇੱਕੋ ਹੀ ਕੰਮ ਕਰਦਾ, ਨਾਮ ਜਪਦਾ ਰਹੇ, ਨਾਮ ਜਪਦਾ ਰਹੇ, ਸਭ ਕੁਝ ਸਮਾਂ ਪਾ ਕੇ ਠੀਕ ਹੋ ਜਾਂਦਾ। ਸੋ ਗੁਰੂ ਮਹਾਰਾਜ ਕਹਿੰਦੇ, ਸੋ ਜਿਹੜਾ ਸੱਚੀ ਕਾਰ 'ਚ ਲੱਗਾ ਹੋਇਆ, ਉਹਨੂੰ ਸੱਚ ਮਿਲਦਾ ਹੈ, ਉਹਨੂੰ ਗੁਰੂ ਦੀ ਮੱਤ ਪ੍ਰਾਪਤ ਹੁੰਦੀ ਹੈ, ਉਹ ਦੁਬਾਰਾ ਜੰਮਦਾ ਮਰਦਾ ਨਹੀਂ ਹੈ, ਪਰਮਾਤਮਾ ਦੀ ਦਰਗਾਹ ਸਤਿਕਾਰ ਸਹਿਤ ਜਾਂਦਾ ਹੈ, ਅਤੇ ਉੱਥੇ ਉਹ ਪ੍ਰਧਾਨ ਪੁਰਖ ਹੋ ਜਾਂਦਾ, ਮੁਖੀਆ ਹੋ ਜਾਂਦਾ ਹੈ। ਸ਼੍ਰੀ ਰਾਗ ਮਹਿਲ ਪਹਿਲਾ। ਤਾਨ ਜਲ ਬਲ ਮਾਟੀ ਭਇਆ, ਮਨ ਮਾਇਆ ਮੋਹ ਮਨੂਰ, ਔਗਣ ਫਿਰ ਲਾਗੂ ਪਏ, ਕੂਰ ਵਜਾਵੈ ਤੂਰ, ਬਿਨ ਸ਼ਬਦੈ ਭਰਮਾਈਐ, ਦੁਬਿਧਾ ਡੋਬੇ ਪੂਰ। ਕਿਉਂ? ਅੰਦਰ ਔਗਣ ਨੇ, ਔਗਣ ਫਿਰ ਲਾਗੂ, ਅੰਦਰ ਔਗਣ ਨੇ, ਅੰਦਰ ਦੁਬਿਧਾ ਹੈ, ਅੰਦਰ ਭਰਮ ਹੈ। ਸਵਾਲ ਪੈਦਾ ਕਿਉਂ?
ਬੇਨ ਸ਼ਬਦ ਹੈ। ਮਨੁੱਖ ਨਾਮ ਨਹੀਂ ਜਪਦਾ, ਭਰਮਾਈ ਹੈ, ਭਟਕਦਾ ਰਹਿੰਦਾ ਹੈ, ਦੁਬਦਾ ਹੈ। ਡੋਬੇ ਪੂਰ ਜਿਹੜੇ ਵੀ ਦੁਬਦਾ ਵਿੱਚ ਹਨ ਕਿ ਸਾਰੇ ਉਹ ਡੁੱਬ ਜਾਂਦੇ, ਇਸ ਮੋਹ ਮਾਇਆ 'ਚ ਡੁੱਬ ਜਾਂਦੇ ਨੇ। ਉਹ ਲੋਕ ਜਿਹੜੇ ਨਾਮ ਨਹੀਂ ਜਪਦੇ, ਉਹਨਾਂ ਦਾ ਤਨ ਜਲ ਬਲ ਮਾਟੀ ਪਿਆ, ਉਹਨਾਂ ਦਾ ਸਰੀਰ ਸੜ ਬਲ ਕੇ ਮਿੱਟੀ ਹੋ ਜਾਂਦਾ ਹੈ। ਮਨ ਮਾਇਆ ਮੋਹ ਮਨੂਰ, ਮਨ ਮਾਇਆ ਨੂੰ ਪਿਆਰ ਕਰਨ ਕਰ ਮਨੂਰ ਹੁੰਦਾ ਜੰਗਾਲਿਆ ਲੋਹਾ। ਜਿਸ ਲੋਹੇ ਨੂੰ ਜੰਗਾਲ ਲੱਗ ਜਾਏ ਕੰਡਮ ਹੋ ਜਾਂਦਾ, ਉਹ ਕੰਡਮ ਲੋਹੇ ਦੀ ਤਰ੍ਹਾਂ ਹੈ, ਤਾਂ ਕਿਸੇ ਕੰਮ ਦਾ ਨਹੀਂ। ਔਗਣ ਫਿਰ ਲਾਗੂ ਪਏ, ਲਾਗੂ ਹੁੰਦਾ ਦੁਸ਼ਮਣ। ਔਗਣ ਹੀ ਮਨੁੱਖ ਦੇ ਫਿਰ ਦੁਸ਼ਮਣ ਹੋ ਜਾਂਦੇ ਹਨ। ਕੂਰ ਵਜਾਵੇ ਤੂਰ, ਤੂਰ ਹੁੰਦਾ ਢੋਲ, ਕੂਰ ਮੈਨੇ ਝੂਠ, ਫਿਰ ਝੂਠ ਆਪਣੇ ਢੋਲ ਵਜਾਉਣਾ ਸ਼ੁਰੂ ਕਰ ਦਿੰਦਾ। ਭਾਵ ਇਹ ਮਨੁੱਖ ਕੂੜ ਦੇ ਵਿੱਚ ਲੱਗ ਜਾਂਦਾ ਹੈ। ਇੱਕ ਸੱਚ ਹੈ, ਬਾਕੀ ਸਭ ਕੁਝ ਕੂੜ ਹੈ। ਕੂੜ ਜਿਹੜਾ ਫਿਰ ਮਨੁੱਖ ਕੂੜ 'ਚ ਲੱਗ ਜਾਂਦਾ ਹੈ। ਇਹਦੇ ਔਗਣ ਇਹਦੇ ਦੁਸ਼ਮਣ ਹੋ ਜਾਂਦੇ ਨੇ। ਲਾਗੂ ਬਣੇ ਦੁਸ਼ਮਣ, ਔਗਣ ਹੀ ਮਨੁੱਖ ਦੇ ਦੁਸ਼ਮਣ ਨੇ ਅਸਲ 'ਚ। ਇਹ ਦੂਜਿਆਂ ਨੂੰ ਦੁਸ਼ਮਣ ਸਮਝਦਾ ਗੁਰਬਾਣੀ ਕਿ ਨਹੀਂ, ਤੇਰੇ ਔਗਣ ਹੀ ਤੇਰੇ ਦੁਸ਼ਮਣ ਨੇ। ਤੂੰ ਆਪਣੇ ਅੰਦਰੋਂ ਔਗਣ ਕੱਢ, ਠੀਕ ਹੋ ਜਾਏਗਾ। ਬਿਨ ਸ਼ਬਦ ਹੈ ਭਰਮਾਈ ਹੈ, ਨਾਮ ਜਪਦਾ ਨਹੀਂ, ਭਟਕਦਾ ਰਹਿੰਦਾ ਹੈ। ਦੁਬਦਾ ਡੋਬੇ ਪੂਰ, ਅਤੇ ਦੁਬਦਾ ਵਿੱਚ ਹੈ ਅਤੇ ਪੂਰ ਹੁੰਦਾ ਜਿਵੇਂ ਗਰੁੱਪ ਦਾ ਗਰੁੱਪ। ਭਾਵੇਂ ਦੁਬਦਾ ਅਤੇ ਭਰਮ ਜਿਹੜਾ ਹਰ ਇੱਕ ਨੂੰ ਡੋਬ ਦਿੰਦਾ ਹੈ, ਇਹਦਾ ਪਾਰ ਉਤਾਰਾ ਨਹੀਂ ਹੁੰਦਾ। ਇਹ ਸੰਸਾਰ ਸਮੁੰਦਰ ਦੇ ਵਿੱਚ ਹੀ ਡੁੱਬ ਜਾਂਦਾ ਹੈ, ਕਿਉਂਕਿ ਨਾਮ ਨਹੀਂ ਜਪਦਾ। ਨਾਮ ਨਾ ਜਪਣ ਕਰਕੇ ਇਹਦੇ ਅੰਦਰ ਔਗਣ ਪੈਦਾ ਹੋ ਜਾਂਦੇ ਹਨ, ਇਹਦੇ ਅੰਦਰ ਭਰਮ ਪੈਦਾ ਹੋ ਜਾਂਦਾ ਹੈ, ਇਹਦੇ ਅੰਦਰ ਦੁਬਦਾ ਪੈਦਾ ਹੋ ਜਾਂਦੀ ਹੈ। ਮਨ ਰੇ, ਹੁਣ ਸਮਝਾਇਆ, ਮਨ ਰੇ ਸ਼ਬਦ ਤਰੋ ਚਿਤ ਲਾਏ, ਜਿਨ ਗੁਰਮੁਖ ਨਾਮ ਨਾ ਬੂਝਿਆ, ਮਰ ਜਨਮੈ ਆਵੈ ਜਾਏ। ਮਨ ਰੇ, ਹੇ ਮਨਾ, ਸ਼ਬਦ ਤਰੋ ਚਿਤ ਲਾਏ, ਸ਼ਬਦ ਨਾਲ ਚਿੱਤ ਲਾ ਕੇ ਇਸ ਭਵ ਸਾਗਰ ਤੋਂ ਤਰ ਜਾਓ। ਚਿੱਤ ਕਾਹਦੇ ਨਾਲ ਜੋੜਨਾ? ਸ਼ਬਦ ਨਾਲ, ਨਾਮ ਨਾਲ। ਹੇ ਮਨਾ, ਤੂੰ ਨਾਮ ਨਾਲ ਚਿੱਤ ਜੋੜ ਪਾਵ। ਹੇ ਇਨਸਾਨ, ਤੂੰ ਨਾਮ ਦੇ ਨਾਲ ਚਿੱਤ ਜੋੜ, ਤਾਂ ਹੀ ਤੂੰ ਤਰ ਸਕਦਾ। ਜੇਨ ਮੈਨੇ ਜਿਸ, ਨੰਨਣ ਸੈਰੀ ਹੈ, ਇੱਕ ਵਚਨ ਹੈ। ਜੇ ਨੰਨਣ ਸੈਰੀ ਨਾਲ ਤਾਂ ਜਿਨ ਬਹੁ ਵਚਨ ਹੋਣਾ ਸੀ, ਇੱਥੇ ਨੰਨਣ ਸੈਰੀ ਪਾ ਕੇ ਇੱਕ ਵਚਨ ਬਣਾਤਾ। ਜਿਨ ਗੁਰਮੁਖ ਨਾਮ ਨਾ ਬੂਝਿਆ, ਜਿਨੇ ਗੁਰੂ ਰਾਹੀਂ ਨਾਮ ਨਹੀਂ ਜਪਿਆ, ਮਰ ਜਨਮੈ ਆਵੈ ਜਾਏ। ਉਹ ਜੰਮਦਾ ਰਹਿੰਦਾ, ਮਰਦਾ ਰਹਿੰਦਾ, ਆਉਂਦਾ ਰਹਿੰਦਾ, ਜਾਂਦਾ ਰਹਿੰਦਾ, ਪਰ ਉਹਦੀ ਮੁਕਤੀ ਨਹੀਂ ਹੁੰਦੀ। ਉਹਦੀ ਮੁਕਤੀ ਨਹੀਂ ਹੁੰਦੀ, ਜੰਮਣ ਮਰਨ ਦੇ ਚੱਕਰ 'ਚ ਪਿਆ ਰਹਿੰਦਾ। ਇਸ ਲਈ ਹੈ ਭਾਈ, ਕਹਿੰਦੇ ਨਾਮ ਨਾਲ ਚਿੱਤ ਜੋੜੋ, ਨਾਮ ਜਪੋ। ਬੱਝੇ ਰੁਝੇ ਨੇ ਚਿੱਤ, ਮਨ ਕਰਕੇ, ਮਨ ਕਰਕੇ ਨਾਮ ਜਪੋ। ਹੁਣ ਗੁਰੂ ਮਹਾਰਾਜ ਸਾਡੀ ਭਾਵਨਾ ਨੂੰ ਵੇਖਦੇ ਨੇ। ਪਾਠ ਤੇ ਬਥੇਰੀ ਦੁਨੀਆ ਕਰਦੀ ਹੋਣੀ ਹੈ, ਉਹ ਭਾਵਨਾ ਦੇਖਦੇ ਨੇ ਕਿ ਜਿਹੜਾ ਪਾਠ ਕਰੇ ਇਹਦੀ ਸ਼ਰਧਾ ਭਾਵਨਾ ਹੈ, ਕਿ ਇਹ ਪਿਆਰ ਨਾ ਕਰੇ, ਸ਼ਰਧਾ ਨਾ ਕਰੇ, ਕਿ ਫਾਹਾ ਵੜ ਰਿਹਾ ਹੈ। ਉਹ ਸਾਡੀ ਭਾਵਨਾ ਵੀ ਵੇਖਦਾ, ਤਾਂ ਕਿ ਚਿੱਤ ਲਾ ਕੇ ਨਾਮ ਜਪੋ। ਸੋ ਜਿਹੜਾ ਚਿੱਤ ਲਾ ਕੇ ਨਾਮ ਜਪਦਾ, ਉਹ ਕਹਿੰਦੇ ਉਹ ਤੇ ਜਾਂਦਾ ਤਰ। ਅਤੇ ਜਿਹੜੇ ਚਿੱਤ ਲਾ ਕੇ ਨਾਮ ਨਹੀਂ ਜਪਦੇ, ਉਹ ਫਿਰ ਕੀ ਜੰਮਦੇ ਮਰਦੇ ਰਹਿੰਦੇ। ਸੋ ਇਸ ਲਈ ਨਾਮ ਦੀ ਸੋਝੀ ਵੀ ਗੁਰੂ ਰਾਹੀਂ ਹੋਣੀ ਹੈ। ਜਿਨ ਗੁਰਮੁਖ ਨਾਮ ਨਾ ਬੂਝੇ,
ਜਿਨ੍ਹਾਂ ਨੇ ਗੁਰੂ ਰਾਹੀਂ ਨਾਮ ਦੀ ਸੋਝੀ ਪ੍ਰਾਪਤ ਨਹੀਂ ਕੀਤੀ, ਨਾਮ ਦੀ ਮਹਿਮਾ ਨਹੀਂ ਜਾਣੀ, ਜਿਨ੍ਹਾਂ ਨੇ ਨਾਮ ਨਹੀਂ ਜਪਿਆ, ਉਹ ਫਿਰ ਜੰਮਦਾ ਰਹਿੰਦਾ, ਮਰਦਾ ਰਹਿੰਦਾ। ਅੱਗੇ ਕਹਿੰਦੇ ਤਨ ਸੂਚਾ ਸੋ ਆਖੀਐ, ਜਿਸ ਮਹਿ ਸਾਚਾ ਨਾਉ, ਭੈ ਸਚ ਰਾਤੀ ਦੇਹੁਰੀ, ਜਿਹਵਾ ਸੱਚ ਸੁਆਉ, ਸਾਚੀ ਨਜ਼ਰ ਨਿਹਾਲੀਐ, ਬਹੁੜ ਨਾ ਪਾਵੈ ਤਾਉ। ਤਨ ਸੂਚਾ ਸੋ ਆਖੀਐ, ਉਸ ਸਰੀਰ ਨੂੰ ਸੁੱਚਾ ਕਿਹਾ ਜਾਂਦਾ ਹੈ, ਜਿਸ ਮਹਿ ਸਾਚਾ ਨਾਮ, ਜਿਸ ਦੇ ਪਰਮਾਤਮਾ ਨਾਮ ਵਸ ਗਿਆ ਹੈ। ਜਦੋਂ ਮਨ ਸੁੱਚਾ ਹੋਏਗਾ, ਉਦੋਂ ਸਰੀਰ ਦੇ ਸਾਰੇ ਅੰਗ ਆਪਣੇ ਆਪ ਹੀ ਸੁੱਚੇ ਹੋਏ ਨੇ। ਸੋ ਮਨ ਸੁੱਚਾ ਕਾਹਦੇ ਨਾਲ ਹੋਏਗਾ? ਉਹ ਨਾਮ ਜਪ ਕੇ ਹੋਏਗਾ। ਜਦੋਂ ਮਨ ਸੁੱਚਾ ਹੋ ਜਾਏਗਾ, ਸਾਡੀਆਂ ਦਸੇ ਦੀਆਂ ਦਸੇ ਇੰਦਰੀਆਂ ਵੀ ਸੁੱਚੀਆਂ ਹੋ ਜਾਣਗੀਆਂ। ਜਿਹੜੀਆਂ ਅੱਖਾਂ ਸੰਸਾਰ ਨੂੰ ਹੋਰ ਤਰੀਕੇ ਨਾਲ ਵੇਖਦੀਆਂ, ਫਿਰ ਜਦੋਂ ਮਨ ਸੁੱਚਾ ਹੋ ਜਾਏਗਾ, ਇਹ ਅੱਖਾਂ ਹੋਰ ਤਰੀਕੇ ਨਾਲ ਵੇਖਣਗੀਆਂ, ਫਿਰ ਹੋਰ ਤਰੀਕੇ ਨਾਲ ਵੇਖਣੀ। ਕੰਨ ਹੈ, ਇਹ ਹੋਰ ਕੁਝ ਸੁਣ ਕੇ ਰਾਜੀ ਨੇ। ਜਦੋਂ ਮਨ ਸੁੱਚਾ ਗਿਆ, ਫਿਰ ਕੰਨ ਸੁੱਚੇ ਹੋ ਜਾਣਗੇ। ਇਹ ਗੰਦੇ ਗੀਤ ਸੁਣਨਗੇ ਹੀ ਨਹੀਂ, ਨਾ ਇਹ ਚੁਗਲੀ ਨਿੰਦਾ ਪਸੰਦ ਹੀ ਨਹੀਂ ਕਰਨਗੇ। ਤੁਹਾਡੇ ਕੋਲ ਕੋਈ ਕਿਹਦੀ ਚੁਗਲੀ ਨਿੰਦਾ ਕਰੇਗਾ, ਤੁਸੀਂ ਉਸਨੂੰ ਪਸੰਦ ਨਹੀਂ ਕਰੋਗੇ। ਜੇ ਮਨ ਮੈਲਾ ਹੈ, ਅੱਛਾ ਕੀ ਕਿਹਾ, ਫਿਰ ਦੱਸੀ, ਫਿਰ ਇੰਟਰਸਟ ਰਹਿੰਦਾ, ਫਿਰ ਅੱਗੇ ਵੀ ਦੱਸਦਾ, ਤੈਨੂੰ ਪਤਾ ਲੱਗਾ ਦਿੱਲੀ ਤੋਂ ਚੱਲੀ ਹੋਈ ਗੱਲ ਕੰਨੂ ਕੰਨੀ ਪਟਿਆਲੇ ਪਹੁੰਚ। ਨਹੀਂ ਭੈਣੇ ਤੈਨੂੰ ਪਤਾ, ਨਹੀਂ ਭੈਣੇ ਤੈਨੂੰ ਪਤਾ, ਸੱਚ ਮਾਨ ਸਾਹਿਬ ਤੁਹਾਨੂੰ ਪਤਾ ਲੱਗਾ, ਇਹ ਕਿ ਤੁਹਾਨੂੰ ਵੀ ਪਤਾ ਲੱਗਾ। ਹੁਣ ਤਾਂ ਛੇਤੀ ਪਤਾ ਲੱਗ, ਰੇਡੀਓ ਹੋ ਗਿਆ, TV ਹੋ ਗਿਆ, ਅਖਬਾਰਾਂ ਹੋ ਗਈਆਂ। ਪਹਿਲਾਂ ਐਂ ਹੀ ਪਤਾ ਲੱਗਿਆ ਕਰਦਾ ਇੱਕ ਦੂਜੇ ਦਾ। ਕਿਉਂਕਿ ਜਦੋਂ ਮਨ ਮੈਲਾ ਹੋਵੇਗਾ, ਮਨੁੱਖ ਗੰਦ ਮੰਦ ਸੁਣ ਕੇ ਖੁਸ਼ ਹੋਵੇਗਾ। ਜਦੋਂ ਮਨ ਸਾਫ਼ ਹੋ ਜਾਏਗਾ, ਇਹ ਗੰਦ ਮੰਦ ਸੁਣਨਾ ਪਸੰਦ ਹੀ ਨਹੀਂ ਫਿਰ ਕਰਦਾ। ਜਦੋਂ ਮਨ ਸੁੱਚਾ ਹੋ ਜਾਏਗਾ, ਅੱਖਾਂ ਵੀ ਸੁੱਚੀਆਂ ਹੋ ਜਾਣਗੀਆਂ, ਕੰਨ ਵੀ ਸੁੱਚੇ ਹੋ ਜਾਣਗੇ, ਇਹ ਜੀਭ ਵੀ ਸੁੱਚੀ ਹੋ ਜਾਏਗੀ। ਇਹ ਅਵਤਾਵਾ ਨਹੀਂ ਬੋਲੇਗੀ, ਇਹ ਮੂੰਹ 'ਚੋਂ ਗਾਲਾਂ ਨਹੀਂ ਨਿਕਲਣਗੀਆਂ, ਮੂੰਹ 'ਚੋਂ ਕਿਹਦੀ ਨਿੰਦਿਆ ਨਹੀਂ ਨਿਕਲੇਗੀ। ਕਿਉਂ? ਜੀਭ ਸੁੱਚੀ ਹੋ ਗਈ ਹੈ। ਹੱਥ ਸੁੱਚੇ ਹੋਏ ਨੇ, ਫਿਰ ਇਹਨਾਂ ਹੱਥਾਂ ਨਾਲ ਮਨੁੱਖ ਮਾੜੇ ਕੰਮ ਨਹੀਂ ਕਰਦਾ। ਪੈਰ ਵੀ ਸੁੱਚੇ ਹੋ ਜਾਂਦੇ ਨੇ, ਪੈਰਾਂ ਨਾਲ ਕੁਸੰਗਤ 'ਚ ਨਹੀਂ ਜਾਂਦਾ, ਮਾੜੇ ਕੰਮ ਨਹੀਂ ਜਾਂਦਾ। ਮਨ ਸੁੱਚਾ ਹੋਣਾ, ਤਨ ਸਾਰੇ ਦਾ ਸਾਰਾ ਆਟੋਮੈਟਿਕਲੀ ਸੁੱਚਾ ਹੋ ਜਾਂਦਾ ਹੈ। ਅਤੇ ਮਨ ਸੁੱਚਾ ਹੁੰਦਾ ਸ਼ੁਭ ਕਰਮ ਕਰਕੇ ਅਤੇ ਨਾਮ ਜਪ ਕੇ। ਨਿਰਾ ਨਾਮ ਜਪਣ ਵਾਲੀ ਮੈਂ ਦੇਖਿਆ ਮਨ ਨਹੀਂ ਪਵਿੱਤਰ ਹੁੰਦਾ, ਜਿੰਨਾ ਚਿਰ ਅਸੀਂ ਨਾਲ ਸ਼ੁਭ ਕਰਮ ਨਹੀਂ ਕਰਦੇ। ਮੈਂ ਮੰਨ ਲਓ ਚੋਰੀ ਵੀ ਕਰਦਾ ਰਹਿਣਾ ਹਾਂ ਅਤੇ ਨਾਮ ਵੀ ਜਪਦਾ ਰਹਿਣਾ, ਨਹੀਂ ਗੱਲ ਬਣੇਗੀ। ਕਿਉਂਕਿ ਮਾੜੇ ਕੰਮ ਛੱਡੇ ਨਹੀਂ ਹੈਗੇ, ਮਾੜੇ ਕੰਮ ਤਿਆਗਣੇ ਪੈਣਗੇ। ਫਿਰ ਜਦੋਂ ਨਾਮ ਜਪਾਂਗੇ, ਜਿੰਨੀ ਮੈਲ ਲੱਗੀ ਹੋਈ ਪਹਿਲਾਂ ਉਹ ਲੈ ਜਾਏਗੀ। ਇਸ ਲਈ ਗੁਰੂ ਮਹਾਰਾਜ ਕਹਿੰਦੇ ਤਨ ਸੂਚਾ ਸੋ ਆਖੀਐ, ਜਿਸ ਮਹਿ ਸਾਚਾ ਨਾਮ। ਉਹੀ ਤਨ ਅਸਲ ਵਿੱਚ ਸੁੱਚਾ ਹੈ, ਜਿਸ ਪਰਮਾਤਮਾ ਦਾ ਨਾਮ ਵਸ ਗਿਆ ਹੈ। ਪੈ ਸਚ ਰਾਤੀ ਦੇਹੁਰੀ, ਜਿਹਵਾ ਸੱਚ ਸੁਆ। ਇਹ ਪਰਮਾਤਮਾ ਸੱਚ ਚੱਚਰ ਹੈ। ਪਰਮਾਤਮਾ ਦੇ ਭੈ ਡਰ ਨਾਲ ਇਹ ਜਿਹੜੀ ਹੈ ਦੇਹੁਰੀ ਸਰੀਰ ਜਿਹੜਾ ਹੈ, ਇਹ ਰੰਗਿਆ ਗਿਆ ਹੈ, ਰਾਤੀ ਰੰਗਿਆ ਗਿਆ। ਜਿਹਵਾ ਸੱਚ ਸੁਆ, ਅਤੇ ਜੀਵ ਨੂੰ ਹੁਣ ਸੱਚ ਦਾ ਸਵਾਦ ਆਉਂਦਾ ਹੈ। ਪਹਿਲਾਂ ਤਾਂ ਇਹਨੂੰ ਝੂਠ ਦਾ ਸਵਾਦ ਆਉਂਦਾ ਸੀ, ਝੂਠ ਬੋਲ ਕੇ ਬੜੀ ਖੁਸ਼ ਹੁੰਦੀ ਸੀ। ਹੁਣ ਝੂਠ ਬੋਲ ਹੀ ਨਹੀਂ ਹੁੰਦਾ, ਚੰਗੀ ਨਹੀਂ ਲੱਗਦਾ। ਹੁਣ ਸੱਚ ਦੇ ਵਿੱਚੋਂ ਸਵਾਦ ਆ ਰਿਹਾ, ਇਸ ਲਈ ਜੀਵ ਫਿਰ ਸੱਚ ਬੋਲਦੀ ਹੈ। ਸੱਚੀ ਨਜ਼ਰ ਨਿਹਾਲੀ ਹੈ। ਜੇ ਪਰਮਾਤਮਾ ਆਪਣੀ ਸੱਚੀ ਨਜ਼ਰ ਨਾਲ ਵੇਖ ਲਵੇ, ਨਿਹਾਲਣ ਦਾ ਵੇਖਣਾ,
ਜੇ ਪਰਮਾਤਮਾ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਕਿਸੇ ਨੂੰ ਤੱਕ ਲਵੇ, ਬਹੁੜ ਨਾ ਪਾਵੈ ਤਾਉ। ਤਾਉ ਹੁੰਦਾ ਗਰਮੀ, ਭਾ ਮਾਤਾ ਦੇ ਪੇਟ ਦੀ ਗਰਮੀ 'ਚ ਫਿਰ ਇਹ ਨਹੀਂ ਪੈਂਦਾ, ਭਾ ਮਾਤਾ ਦੇ ਗਰਭ 'ਚ ਇਹ ਨਹੀਂ ਪੈਂਦਾ। ਇਸ ਨੂੰ ਜੰਮਣ ਮਰਨ ਦੀ ਫਿਰ ਲੋੜ ਨਹੀਂ ਰਹਿੰਦੀ ਹੈ। ਇਹ ਦੁਬਾਰਾ ਤਾਉ ਮਾਤਾ ਦੇ ਪੇਟ ਵਿੱਚ ਦੁਬਾਰਾ ਨਹੀਂ ਆਉਂਦਾ। ਸਾਚੇ ਤੇ ਪਵਨਾ ਭਇਆ, ਪਵਨੈ ਤੇ ਜਲ ਹੋਏ। ਜਲ ਤੇ ਤ੍ਰਿਪਣ ਸਾਜਿਆ, ਘਟ ਘਟ ਜੋਤ ਸਮੋਏ। ਨਿਰਮਲ ਮੈਲਾ ਨਾ ਥੀਐ, ਸ਼ਬਦ ਰਤੇ ਪਤ ਹੋਏ। ਸਾਚੇ ਪਰਮਾਤਮਾ ਦੇ, ਸਾਚੇ ਤੇ ਪਰਮਾਤਮਾ ਤੋਂ ਪਵਨਾ ਭਇਆ, ਹਵਾ ਬਣੀ। ਪਰਮਾਤਮਾ ਤੋਂ ਹਵਾ ਬਣੀ। ਪਵਨ ਹੈ ਤੇ ਜਲ ਹੋਏ, ਹਵਾ ਤੋਂ ਫਿਰ ਪਾਣੀ ਬਣਿਆ, ਹਵਾ ਤੋਂ ਪਾਣੀ ਬਣਿਆ। ਜਲ ਤੇ ਤ੍ਰਿਪਣ ਸਾਜਿਆ, ਫਿਰ ਪਾਣੀ ਤੋਂ ਇਹ ਤਿੰਨੋਂ ਭਵਨ ਬਣੇ, ਕਿਉਂਕਿ ਸਾਰੀ ਹੋਂਦ ਪਾਣੀ ਤੋਂ ਹੀ ਹੈ। ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਜੀਵ ਸੰਸਾਰ 'ਚ ਪੈਦਾ ਹੋਇਆ ਉਹ ਪਾਣੀ 'ਚ ਹੀ ਹੋਇਆ। ਉਹ ਇੱਕ ਸੈੱਲ ਵਾਲਾ ਜੀਵ ਸੀ। ਹੌਲੀ ਹੌਲੀ ਡਿਵੈਲਪਮੈਂਟ ਹੁੰਦੀ ਗਈ, 2-2 ਸੈੱਲ ਦੇ, 4-4 ਸੈੱਲ, ਆਪਣੇ ਦੇ ਹੁਣ ਕਰੋੜਾਂ ਸੈੱਲ ਲੱਗੇ ਹੋਏ ਨੇ। ਐਂ ਜੀਵ ਹੁੰਦੇ ਗਏ। ਸੋ ਪਾਣੀ ਤੋਂ ਤ੍ਰਿਭਵਨ, ਤਿੰਨੋਂ ਭਵਨ, ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ, ਤਿੰਨੋਂ ਭਵਨ ਜਿਹੜੇ ਨੇ ਇਹ ਪਾਣੀ ਤੋਂ ਹੀ ਬਣੇ ਹਨ। ਘਟ ਘਟ ਜੋਤ ਸਮੋਏ। ਅਤੇ ਹਰ ਇੱਕ ਸਰੀਰ ਦੇ ਵਿੱਚ, ਚਾਹੇ ਉਹ ਕੀੜਾ ਹੈ, ਚਾਹੇ ਉਹ ਹਾਥੀ ਹੈ, ਚਾਹੇ ਛੋਟਾ ਸਰੀਰ ਹੈ, ਚਾਹੇ ਵੱਡਾ ਸਰੀਰ ਹੈ, ਸਭ ਦੇ ਵਿੱਚ ਪਰਮਾਤਮਾ ਨੇ ਆਪਣੀ ਜੋਤ ਰੱਖੀ ਹੋਈ ਹੈ। ਘਟ ਘਟ ਜੋਤ ਸਮੋਏ। ਸਾਰੇ ਹਰ ਇੱਕ ਸਰੀਰ ਦੇ ਵਿੱਚ ਪਰਮਾਤਮਾ ਜੋਤ ਸਮਾਈ ਹੋਈ ਹੈ। ਇਸ ਲਈ ਉਹਦੀ ਜੋਤ ਤੋਂ ਬਿਨਾਂ ਕੁਛ ਨਹੀਂ ਹੈ। ਸਭ ਮੈਂ ਜੋਤ, ਜੋਤ ਹੈ ਸੋਏ। ਨਿਰਮਲ ਮੈਲਾ ਨਾ ਥੀਐ। ਜਿਹੜਾ ਇੱਕ ਵਾਰੀ ਨਿਰਮਲ ਹੋ ਜੇ ਫਿਰ ਉਹ ਮੈਲਾ ਨਹੀਂ ਹੁੰਦਾ। ਹੁਣ ਸਵਾਲ ਪੈਦਾ, ਨਿਰਮਲ ਹੋਇਆ ਕਿਵੇਂ? ਸ਼ਬਦ ਰਤੇ, ਉਹ ਨਾਮ ਨਾਲ ਰੰਗਿਆ ਗਿਆ, ਪਤ ਹੋਏ, ਉਹਨੂੰ ਪਰਮਾਤਮਾ ਦੀ ਇੱਜ਼ਤ ਮਿਲਦੀ ਹੈ, ਅਤੇ ਨਾਲੇ ਫਿਰ ਦੁਬਾਰਾ ਮੈਲਾ ਨਹੀਂ ਹੁੰਦਾ, ਉਹ ਪਵਿੱਤਰ ਹੋ ਗਿਆ। ਤੁਸੀਂ ਕਿ ਦੁਬਾਰਾ ਮੈਲਾ ਕਿਉਂ ਨਹੀਂ ਹੁੰਦਾ? ਜਦੋਂ ਮਨ ਪਵਿੱਤਰ ਹੋ ਜਾਂਦਾ ਹੈ, ਉਹ 'ਚ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ, ਅਤੇ ਫਿਰ ਜਿੱਥੇ ਪਰਮਾਤਮਾ ਉੱਥੇ ਮੈਲ ਨਾਲ ਕੋਈ ਸੰਬੰਧ ਹੀ ਨਹੀਂ ਹੈ। ਜਿੱਥੇ ਪਰਮਾਤਮਾ ਹੋਵੇਗਾ ਉੱਥੇ ਪਰਮਾਤਮਾ ਦੀ ਵਿਰੋਧੀ ਚੀਜ਼ ਕੋਈ ਨਹੀਂ ਹੋ ਸਕਦੀ। ਪਰਮਾਤਮਾ ਨਿਰਮਲ ਹੈ ਅਤੇ ਵਿਰੋਧੀ ਸ਼ਬਦ ਮੈਲ ਹੈ, ਅਤੇ ਜਿੱਥੇ ਪਰਮਾਤਮਾ ਹੈ ਉੱਥੇ ਨਿਰਮਲ ਹੈ, ਇਸ ਲਈ ਮੈਲ ਹੋ ਹੀ ਨਹੀਂ ਸਕਦੀ। ਇਸ ਕਰਕੇ ਉਹ ਫਿਰ ਮੈਲਾ ਨਹੀਂ ਹੁੰਦਾ, ਕਿਉਂਕਿ ਉਹ ਸ਼ਬਦ ਨਾਲ ਰੰਗਿਆ ਗਿਆ ਹੈ, ਨਾਲੇ ਉਹਨੂੰ ਇੱਜ਼ਤ ਮਿਲਦੀ ਹੈ। ਕਿਉਂਕਿ ਜਿਹੜੇ ਵਧੀਆ ਇਨਸਾਨ ਨੇ, ਇੱਜ਼ਤ ਉਹਨਾਂ ਨੂੰ ਮਿਲਦੀ ਹੈ। ਜਦੋਂ ਮੈਲੇ ਨਹੀਂ ਹੈ, ਇਹਦਾ ਮਤਲਬ ਉਹ ਸ਼ੁੱਧ ਅਤੇ ਪਵਿੱਤਰ ਹੈ, ਅਤੇ ਹੁਣ ਸ਼ੁਭ ਕਰਮ ਕਰ ਰਿਹਾ ਹੈ। ਮਾੜੇ ਕੰਮ ਦੇ ਮੈਲੇ ਮਨ 'ਚੋਂ ਨਿਕਲਦੇ ਨੇ। ਸਾਡਾ ਮਨ ਮੈਲਾ ਹੈ, ਪੂਰੀ ਤਰ੍ਹਾਂ ਸਾਫ਼ ਨਹੀਂ ਹੋਇਆ, ਇਸ ਲਈ ਕੋਈ ਨਾ ਕੋਈ ਸਾਡੇ ਤੋਂ ਗਲਤ ਸੋਚ ਹੋ ਜਾਂਦੀ ਹੈ, ਕੋਈ ਗਲਤ ਕੰਮ ਹੋ ਜਾਂਦਾ ਹੈ। ਕਿਉਂ? ਅਜੇ ਮਨ ਮੈਲਾ ਹੈ। ਜਦੋਂ ਮਨ ਟੋਟਲ ਸਾਫ਼ ਹੋ ਗਿਆ, ਉਹਦੇ ਪਰਮਾਤਮਾ ਨੇ ਪ੍ਰਗਟ ਹੋ ਜਾਣਾ। ਫਿਰ ਜਦੋਂ ਪਰਮਾਤਮਾ ਅੰਦਰ ਵਸੇਗਾ, ਫਿਰ ਹੋਰ ਕੋਈ ਚੀਜ਼ ਬਸ ਹੋ ਹੀ ਨਹੀਂ ਸਕਦੀ ਹੈਗੀ। ਤਾਂ ਕਰਕੇ ਫਿਰ ਮਨ ਦੁਬਾਰਾ ਮੈਲਾ ਨਹੀਂ ਹੁੰਦਾ। ਇਹ ਮਨ ਸਾਚ ਸੰਤੋਖਿਆ, ਨਦਰ ਕਰੇ ਤਿਸ ਮਾਹੀ। ਸਾਚ ਸੰਤੋਖਿਆ, ਪਰਮਾਤਮਾ ਦੇ ਨਾਮ ਨਾਲ ਇਹ ਮਨ ਸਬਰ ਸੰਤੋਖ 'ਚ ਆ ਜਾਂਦਾ। ਉਂਝ ਨਹੀਂ ਸਬਰ ਸੰਤੋਖ ਹੁੰਦਾ ਮਨੁੱਖ ਨੂੰ। ਨਾਮ ਤੋਂ ਬਿਨਾਂ ਕਦੇ ਵੀ ਬੰਦੇ ਨੂੰ ਸਬਰ ਸੰਤੋਖ ਨਹੀਂ ਆਉਂਦਾ, ਚਾਹੇ ਅਰਬਾਂ ਰੁਪਈਏ ਕੋਲ ਕਿਉਂ ਨਾ ਹੋਣ।
ਇਹ ਮਤ ਸੋਚੋ ਕਿ ਜੇ ਮੇਰੇ ਕੋਲ ਕਰੋੜ ਰੁਪਈਆ ਹੋ ਜਾਏਗਾ ਤਾਂ ਪਤਾ ਨਹੀਂ ਮੈਂ ਜਿਹੜਾ ਹੈ ਇਹ ਸਬਰ ਸੰਤੋਖ ਆ ਜਾਏਗਾ। ਨੋ, ਗੁਰੂ ਮਹਾਰਾਜ ਸਹਿਸ ਖਟੇ ਲੱਖ ਗੁਟ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਵੈ। ਹਾਂ, ਜਿਉਂ-ਜਿਉਂ ਪੈਸਾ ਵੱਧਦਾ ਤਿਉਂ ਤੋਂ ਪੈਸੇ ਦੀ ਹਵਸ ਵੱਧਦੀ ਹੈ। ਹੋਰ ਚਾਹੀਦਾ, ਹੋਰ ਚਾਹੀਦਾ, ਹੋਰ ਚਾਹੀਦਾ। ਤਾਂ ਤੇ ਬਿਨਾਂ ਸੰਤੋਖ ਨਾ ਕੋ ਰਾਜੈ। ਅਤੇ ਜਿੰਨਾ ਚਿਰ ਸਬਰ ਸੰਤੋਖ ਨਹੀਂ ਹੁੰਦਾ ਉਹਨਾਂ ਚਿਰ ਮਨੁੱਖ ਰੱਜਦਾ ਨਹੀਂ ਹੈ। ਅਤੇ ਸਬਰ ਸੰਤੋਖ ਪਰਮਾਤਮਾ ਦੇ ਨਾਮ ਤੋਂ ਬਿਨਾਂ ਨਹੀਂ ਆਉਂਦਾ। ਇਹ ਹੈ ਨਾ, ਨਾਮ ਜਪ ਕੇ ਹੀ ਸਬਰ ਸੰਤੋਖ ਪੈਦਾ ਹੋਵੇਗਾ। ਫਿਰ ਮੂੰਹ ਆਪਣੇ ਆਪ ਨਿਕਲੇਗਾ ਦਾਤੇ ਦੇ ਦਿੱਤਾ ਬਹੁਤ ਹੈ। ਜਦੋਂ ਧੁਰ ਅੰਦਰੋਂ ਕਹੇ ਨਾ ਮਨ ਵੀ ਦਾਤੇ ਦੇ ਦਿੱਤਾ ਬਹੁਤ ਹੈ, ਇਹਦੇ ਹੁਣ ਤੁਸੀਂ ਸੰਤੁਸ਼ਟ ਹੋ। ਇਸ ਲਈ ਨਾਮ ਤੋਂ ਬਿਨਾਂ ਸਬਰ ਸੰਤੋਖ ਆਉਂਦਾ ਹੀ ਨਹੀਂ ਹੈਗਾ। ਇਹ ਮਨ ਸਾਚ ਸੰਤੋਖਿਆ। ਇਹ ਮਨ ਪਰਮਾਤਮਾ ਦੇ ਨਾਮ ਨਾਲ ਹੁਣ ਸੰਤੋਖ ਵਿੱਚ ਆ ਗਿਆ ਹੈ। ਨਦਰ ਕਰੇ ਤਿਸ ਮਾਹੇ। ਫਿਰ ਪਰਮਾਤਮਾ ਇਸ ਮਨ ਦੇ ਉੱਤੇ ਕਿਰਪਾ ਦ੍ਰਿਸ਼ਟੀ ਕਰਦਾ। ਭਾਵ ਜਿਹੜਾ ਮਨੁੱਖ 'ਚ ਸਬਰ ਸੰਤੋਖ ਪੈਦਾ ਹੋ ਜਾਂਦਾ, ਪਰਮਾਤਮਾ ਉਸ 'ਤੇ ਕਿਰਪਾ ਦ੍ਰਿਸ਼ਟੀ ਕਰਦਾ। ਪੰਜ ਭੂਤ ਸੱਚ ਭੈ ਰਤੇ। ਜੋਤੀ ਜੋਤ ਸੱਚੀ ਮਨ ਮਾਹੀ। ਪੰਜ ਭੂਤ, ਭੂਤ ਭਾਵ ਤੱਤ। ਪੰਜੇ ਤੱਤ ਪਰਮਾਤਮਾ ਦੇ ਨਾਮ, ਪਰਮਾਤਮਾ ਦੇ ਭੈ 'ਚ ਰੰਗੇ ਗਏ। ਜੋਤ ਸੱਚੀ ਮਨ ਮਾਹੀ। ਅਤੇ ਪਰਮਾਤਮਾ ਦੀ ਸੱਚੀ ਜੋਤ ਜਿਹੜੀ ਹੈ ਇਹ ਮਨ 'ਚ ਪ੍ਰਗਟ ਹੋ ਜਾਂਦੀ ਹੈ। ਪਰਮਾਤਮਾ ਦੀ ਜੋਤ ਮਨ 'ਚ ਪ੍ਰਗਟ ਹੋ ਜਾਂਦੀ ਹੈ। ਪੰਜੇ ਤੱਤ ਪਰਮਾਤਮਾ ਦੇ ਭੈ 'ਚ ਰਹਿੰਦੇ ਨੇ। ਇਹ ਨਾਮ ਦੇ ਨਾਲ ਰੰਗੇ ਜਾਂਦੇ ਨੇ ਅਤੇ ਪਰਮਾਤਮਾ ਦੀ ਜੋਤ, ਸੱਚੀ ਜੋਤ, ਪਰਮਾਤਮਾ ਜੋਤ ਮਨ ਮੈਂ, ਮਨ ਵਿੱਚ ਪ੍ਰਗਟ ਹੋ ਜਾਂਦੀ ਹੈ। ਨਾਨਕ ਔਗਣ ਵਿਸਰੇ ਗੁਰ ਰਾਖੇ ਪਤ ਤਾਹੇ। ਅੰਦਰੋਂ ਫਿਰ ਔਗਣ ਖਤਮ ਹੋ ਜਾਂਦੇ ਨੇ, ਕਿਉਂਕਿ ਅੰਦਰ ਪਰਮਾਤਮਾ ਜੋਤ ਜਗ ਪਈ ਹੈ। ਫਿਰ ਔਗਣ ਸਾਰੇ ਖਤਮ। ਔਗਣ ਹਨੇਰੇ ਨੂੰ ਹੈ। ਗੁਣ ਭਾਵ ਚਾਨਣ, ਔਗਣ ਭਾਵ ਹਨੇਰਾ। ਔਗਣਿਆਰਾ ਬੰਦਾ ਅਗਿਆਨੀ ਹੁੰਦਾ। ਅਗਿਆਨੀ ਦੀ ਨਿਸ਼ਾਨੀ ਹੀ ਇਹ ਹੈ ਕਿ ਉਹਦੇ 'ਚ ਔਗਣ ਹੁੰਦੇ ਨੇ। ਜਿਹੜਾ ਗੁਣਵਾਨ ਹੁੰਦਾ ਉਸ 'ਚ ਤਾਂ ਔਗਣ ਹੁੰਦਾ ਹੀ ਨਹੀਂ, ਅਤੇ ਤਾਂ ਹੀ ਉਹਨੂੰ ਗੁਣਵਾਨ ਕਹਿੰਦੇ ਨੇ। ਇਸ ਲਈ ਨਾਨਕ ਔਗਣ ਵਿਸਰੇ ਗੁਰ ਰਾਖੇ ਪਤ। ਗੁਰੂ ਦੇ ਰਾਹੀਂ ਪਰਮਾਤਮਾ ਉਹਨਾਂ ਦੀ ਫਿਰ ਇੱਜ਼ਤ ਰੱਖਦਾ ਹੈ। ਉਹਨਾਂ ਦੀ ਇੱਜ਼ਤ ਰੱਖਦਾ ਹੈ, ਉਹਨੂੰ ਆਦਰ ਮਾਣ ਸਤਿਕਾਰ ਦਿੰਦਾ ਹੈ, ਕਿਉਂਕਿ ਅੰਦਰੋਂ ਔਗਣ ਖਤਮ ਹੋ ਗਏ ਹਨ। ਅੱਗੇ ਕਹਿੰਦੇ ਸ਼੍ਰੀ ਰਾਗ ਮਹਿਲਾ ਪਹਿਲਾ। ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ। ਇੱਕ ਆਵੇਂ ਇੱਕ ਜਾਵ ਹੀ ਹਾਹਨ ਵੈਰੀ ਬਿੰਦੀ। ਕਿਉਂਕਿ ਇੱਕ ਜਿਹੜਾ ਸ਼ਬਦ ਹੈ ਕੱਕੇ ਨੂੰ ਸੈਰੇ ਨੇ ਹੈਗਾ ਬਹੁਵਚਨ। ਇੱਕ ਦੇ ਤਿੰਨ ਸਰੂਪ ਨੇ ਗੁਰਬਾਣੀ 'ਚ। ਇੱਕ ਹੈ ਈੜੀ ਨੂੰ ਸਿਆਰੀ ਕੱਕਾ, ਇੱਕ ਭਾਵ ਵਨ, ਉਹ ਹੈ ਇਸਤਰੀ ਲਿੰਗ। ਇੱਕ ਹੈ ਈੜੀ ਨੂੰ ਸਿਆਰੀ ਕੱਕੇ ਨੂੰ ਔਂਕੜ, ਇੱਕ ਵਚਨ ਪੁਲਿੰਗ। ਇੱਕ ਹੈ ਈੜੀ ਨੂੰ ਸਿਆਰੀ ਕੱਕੇ ਨੂੰ ਸਿਆਰੀ, ਇਹ ਬਹੁਵਚਨ। ਇਹ ਇਸਤਰੀ ਲਿੰਗ ਵੀ ਹੈ ਅਤੇ ਪੁਲਿੰਗ ਵੀ ਹੈ। ਇੱਕ ਜਿਹੜਾ ਸ਼ਬਦ ਹੈ ਇਹ ਬਹੁਵਚਨ ਹੈ, ਕੱਕੇ ਨੂੰ ਸਿਆਰੀ ਨਾਲ, ਇਸ ਲਈ ਅੱਗੇ ਆਵੇਂ। ਜੇ ਇੱਕ ਵਚਨ ਹੁੰਦਾ ਫਿਰ ਆਵੇਂ ਨਹੀਂ ਸੀ ਹੋ ਸਕਦਾ। ਫਿਰ ਹੁੰਦਾ ਆਵੈ, ਆੜੇ ਨੂੰ ਕਰਨਾ ਵਾਵਣ ਦੇ ਲਾਵਾਂ, ਫਿਰ ਇਹ ਹੋਣਾ ਆਵੈ, ਆਉਂਦਾ ਹੈ। ਆਵੇਂ ਆਉਂਦੇ ਹਨ। ਜਾਵ ਹੀ ਜਾਂਦਾ ਹੈ, ਜਾਵ ਹੀ ਜਾਣਗੇ, ਬਹੁਵਚਨ ਹੋ ਗਿਆ। ਜਦੋਂ ਕਰਤਾ ਬਹੁਵਚਨ ਹੈ ਅਤੇ ਕਿਰਿਆ ਵੀ ਬਹੁਵਚਨ ਹੋਵੇਗੀ, ਅਤੇ ਜਦੋਂ ਕਿਰਿਆ ਬਹੁਵਚਨ ਹੈ ਉਹ ਨਕਰੀ ਬੋਲੀ ਜਾਵੇਗੀ। ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਗਿਆਨ। ਹਿੰਦੀ ਦਾ ਵੀ ਉਹੀ ਨਿਯਮ ਹੈ, ਪੰਜਾਬੀ ਦਾ ਵੀ ਉਹੀ ਹੈ, ਇੰਗਲਿਸ਼ ਦਾ ਵੀ ਉਹੀ ਹੈ।
ਇੰਗਲਿਸ਼ ਵਿੱਚ ਜੇ ਕਰਤਾ ਇੱਕ ਵਚਨ ਦਾ ਕਿਰਿਆ ਵੀ ਇੱਕ ਵਚਨ ਹੋਵੇਗੀ, ਜੇ ਕਰਤਾ ਬਹੁਵਚਨ ਦਾ ਕਿਰਿਆ ਵੀ ਬਹੁਵਚਨ ਹੋਣੀ। ਇੱਕ ਜਿਹੜਾ ਕਰਤਾ ਹੈ ਇੱਕ ਬਹੁਵਚਨ ਹੈ, ਇਸ ਲਈ ਅੱਗੇ ਕਿਰਿਆ ਆਵੇਂ ਇਹ ਵੀ ਬਹੁਵਚਨ ਹੋਏਗਾ। ਜਦੋਂ ਬਹੁਵਚਨ ਹੋਏਗਾ ਫਿਰ ਉਹਨੂੰ ਨਕਰੇ ਬੋਲਿਆ ਜਾਏਗਾ। ਆ ਵਹਿ ਨਹੀਂ ਫਿਰ ਬੋਲ ਸਕਦੇ ਇਸ ਨੂੰ, ਇਹ ਨਕਰੀ ਬੋਲਿਆ ਜਾਏ। ਆਵੇਂ ਇੱਕ ਆਵੇਂ ਇੱਕ ਜਾਵਹੀਂ ਪੂਰ ਪਰੇ ਅਹੰਕਾਰ ਮਨ ਹਠ ਮਤੀ ਬੂਢੀਐ ਗੁਰਮੁਖ ਸੱਚ ਸੋਤਾਰ। ਇੱਕ ਆਵੇਂ ਇੱਕ ਜਾਵਹੀਂ ਪੂਰ ਪਰੇ ਅਹੰਕਾਰ, ਪੂਰਾਂ ਦੇ ਪੂਰ ਹੰਕਾਰ ਨਾਲ ਭਰੇ ਹੋਏ ਨੇ। ਹੰਕਾਰ ਨਾਲ ਭਰੇ ਹੋਣ ਕਰਕੇ ਮਨ ਹਠ ਹੈ, ਇਹਨਾਂ ਦਾ ਮਨ ਹਠ ਹੈ। ਜਿਵੇਂ ਮਨ ਕਹਿੰਦਾ ਉਵੇਂ ਕਰਦੇ ਨੇ। ਮਨ ਹਠ ਹੋਣ ਕਰਕੇ ਮਤੇ, ਜਿਹੜੇ ਮਨ ਦੇ ਮਗਰ ਲੱਗਦੇ, ਜਿਹਨੂੰ ਕਹਿੰਦੇ ਮਨ ਮਤੀਏ ਬੂਢੀਏ, ਉਹ ਸੰਸਾਰ ਸਮੁੰਦਰ ਬੁਰਾਈਆਂ ਡੁੱਬ ਜਾਂਦੇ ਹਨ। ਬੂਢੀਏ ਮੈਨੇ ਡੁੱਬ ਜਾਂਦਾ। ਮਨ ਹਠ ਮਤੀ ਬੂਢੀਏ, ਮਨ ਹਠ ਕਰਕੇ ਮਨ ਮਤ ਕਰਕੇ ਮਨੁੱਖ ਸੰਸਾਰ ਸਮੁੰਦਰ ਡੁੱਬ ਜਾਂਦਾ ਹੈ। ਗੁਰਮੁਖ ਸੱਚ ਸੋਤਾਰ, ਜਿਹੜਾ ਗੁਰਮੁਖ ਹੁੰਦਾ ਹੈ ਇਹ ਨਾਮ ਜਪਦਾ ਹੈ, ਇਸ ਲਈ ਤਰ ਜਾਂਦਾ ਹੈ, ਤਰ ਜਾਂਦਾ। ਬਾਕੀ ਕਹਿੰਦੇ ਮਨਮਤੀ ਹੋਣ ਕਰਕੇ ਅੰਦਰ ਹੰਕਾਰ ਨਾਲ ਭਰੇ ਹੋਏ ਹਨ, ਇਸ ਲਈ ਆ ਰਹੇ ਨੇ, ਜਾ ਰਹੇ ਨੇ, ਜੰਮ ਰਹੇ ਨੇ, ਮਰ ਰਹੇ ਨੇ, ਇਸ ਲਈ ਚਲੇ ਜਾਂਦਾ। ਫਿਰ ਅੱਗੇ ਕਹਿੰਦੇ ਗੁਰ ਬਿਨ ਕਿਉਂ ਤਰੀਏ ਸੁਖ ਹੋਏ, ਜਿਉਂ ਪਾਵੈ ਤਿਉਂ ਰਾਖ ਤੂੰ, ਮੈਂ ਅਵਰ ਨਾ ਦੂਜਾ ਕੋਇ ਰਹਾਉ। ਗੁਰ ਬਿਨ ਕਿਉਂ ਤਰੀਏ ਸੁਖ ਹੋਏ, ਕਿਉਂ ਤਾਂ ਭਾਵੈ ਕਿਵੇਂ, ਕਿਸ ਤਰ੍ਹਾਂ। ਕਿਉਂ ਦੇ ਦੋ ਅਰਥ ਨੇ। ਤੁਸੀਂ ਕਿਉਂ ਰੌਲਾ ਪਾ ਰਹੇ ਹੋ, ਤੁਸੀਂ ਕਿਉਂ ਉੱਥੇ ਗਏ, ਕਾਰਨ ਇੱਕ ਕਾਰਨ ਹੈ। ਇਹ ਇੱਥੇ ਕਿਵੇਂ ਹੋ, ਕਿਸ ਤਰ੍ਹਾਂ। ਗੁਰ ਬਿਨ ਕਿਉਂ ਤਰੀਏ, ਗੁਰੂ ਤੋਂ ਬਿਨਾਂ ਕਿਵੇਂ ਤਰਿਆ ਜਾ ਸਕਦਾ। ਤਰਾਂਗੇ ਤਾਂ ਸੁੱਖ ਹੋਏਗਾ ਨਾ, ਗੁਰੂ ਤੋਂ ਬਿਨਾਂ ਸੁੱਖ ਹੀ ਨਹੀਂ ਹੈ। ਗੁਰੂ ਤੋਂ ਬਿਨਾਂ ਸੁੱਖ ਨਹੀਂ ਹੈ। ਗੁਰੂ ਤੋਂ ਬਿਨਾਂ ਕਿਸ ਭਵ ਸਾਗਰ ਨੂੰ, ਬੁਰਾਈਆਂ ਨੂੰ ਤਰ ਨਹੀਂ ਸਕਦਾ। ਕਿਉਂ ਜੇ ਗੁਰੂ ਵਾਲਾ ਹੋਵੇਗਾ ਤਾਂ ਹੀ ਨਾਮ ਜਪੇਗਾ ਨਾ। ਜਿਹੜੇ ਗੁਰੂ ਵਾਲੇ ਨੇ ਉਹਨਾਂ ਕੀ ਨਾਮ ਜਪਣਾ। ਸੁਣ ਸਲਾਹ ਲਿਆ, 2-4 ਦਿਨ ਜਪ ਲੈਣਗੇ, ਫਿਰ ਹੱਥ ਟੁੱਟ ਜਾਣਗੇ। ਇਸ ਲਈ ਗੁਰੂ ਮਹਾਰਾਜ ਹੀ ਸੋਝੀ ਦਿੰਦੇ ਨੇ। ਫਿਰ ਮਨੁੱਖ ਨਾਮ ਜਪਦਾ, ਫਿਰ ਇਹ ਭਵ ਸਾਗਰ ਤੋਂ ਤਰਦਾ ਹੈ, ਭਵ ਬੁਰਾਈਆਂ ਤੋਂ ਬਚ ਜਾਂਦਾ ਹੈ। ਸੁੱਖ ਹੋਏ ਫਿਰ ਇਸ ਨੂੰ ਸੁੱਖ ਮਿਲਦਾ ਹੈ। ਜਿਉਂ ਭਾਵੈ ਤਿਉਂ ਰਾਖ ਤੂੰ, ਮੈਂ ਅਵਰ ਨਾ ਦੂਜਾ ਕੋਇ। ਹੈ ਪਰਮਾਤਮਾ, ਜਿਵੇਂ ਤੈਨੂੰ ਚੰਗਾ ਲੱਗਦਾ ਉਸ ਤਰ੍ਹਾਂ ਤੂੰ ਮੇਰੀ ਰੱਖਿਆ ਕਰ। ਮੈਂ ਅਵਰ ਨਾ ਦੂਜਾ ਕੋਇ, ਮੇਰੇ ਲਈ ਤੇਰੇ ਤੋਂ ਬਿਨਾਂ ਕੋਈ ਹੋਰ ਹੈ ਹੀ ਨਹੀਂ। ਮੇਰੇ ਲਈ ਤੇਰੇ ਤੋਂ ਬਿਨਾਂ ਕੋਈ ਹੋਰ ਹੈ ਹੀ ਨਹੀਂ। ਗੁਰੂ ਨਾਨਕ ਜੀ ਦਾ ਆਖਰੀ ਇਮਤਿਹਾਨ ਲਿਆ ਸੰਗਤ ਦਾ, ਵਿੱਚ ਪਾਈ ਲੈਣਾ ਜੀ ਇਸ ਨੂੰ। ਉਹਨਾਂ ਨੇ ਸਾਂਸੀਆਂ ਵਾਲਾ ਭੇਸ ਬਣਾ ਲਿਆ, ਗਿੱਦੜ ਮਾਰ ਜਿਹੜੇ ਦਿਨ ਹੱਥ ਡੰਡਾ ਲੈ ਲਿਆ ਹੈ। ਉਹ ਜੰਗਲ ਨੂੰ ਚੱਲ ਪੈਣ ਬਾਹਰ ਨੂੰ, ਸਿੱਖ ਵੀ ਮਗਰ ਮਗਰ ਚੱਲ ਰਹੇ ਨੇ। ਜਿਹੜਾ ਸਿੱਖ ਨੇੜੇ ਤੋਂ ਡੰਡਾ ਮਾਰਦੇ ਨੇ, ਚਿੜਕਦੇ ਭੱਜ, ਕੀ ਲੈਣਾ ਤੂੰ ਇੱਥੇ। ਐਂ ਕਰਦਿਆਂ ਕਰਦਿਆਂ ਸਾਰੇ ਚਲੇ ਗਏ। ਭਾਈ ਲਹਿਣਾ ਜੀ ਇਕੱਲੇ ਰਹਿ ਗਏ। ਕਹਿੰਦੇ ਲੈਣੇ ਤੂੰ ਨਹੀਂ ਜਾਂਦਾ। ਕਹਿੰਦੇ ਮਹਾਰਾਜ ਜੀ, ਜਿਨ੍ਹਾਂ ਦਾ ਕੋਈ ਸੀ ਉਹ ਤਾਂ ਉਹਨਾਂ ਕੋਲ ਚਲੇ ਗਏ, ਮੇਰਾ ਤਾਂ ਤੁਹਾਡੇ ਤੋਂ ਬਿਨਾਂ ਕੋਈ ਹੈ ਹੀ ਨਹੀਂ, ਇਸ ਲਈ ਮੈਂ ਕਿੱਥੇ ਜਾਵਾਂ। ਜਿਨ੍ਹਾਂ ਦਾ ਕੋਈ ਸੀ ਉਹ ਤਾਂ ਉਹਨਾਂ ਕੋਲ ਚਲੇ ਗਏ, ਮੇਰਾ ਤਾਂ ਤੁਹਾਡੇ ਬਿਨਾਂ ਕੋਈ ਹੈ ਹੀ ਨਹੀਂ, ਇਸ ਲਈ ਮੈਂ ਕਿੱਥੇ ਜਾਵਾਂ। ਅਤੇ ਗੁਰੂ ਮਹਾਰਾਜ ਸਮਝ ਗਏ ਤੇ ਮੇਰੇ 'ਤੇ ਮੇਰੇ ਨਿਰਭਰ ਹੈ। ਬਸ ਫਿਰ ਉਹਨਾਂ ਤਾਂ ਬਣਾਤਾ, ਗੁਰੂ ਬਣਾਤਾ। ਸੋ ਇਸ ਲਈ ਕਹਿੰਦੇ ਤੇਰੇ ਤੋਂ ਬਿਨਾਂ ਮੇਰਾ ਕੌਣ ਹੈ। ਜਿਉਂ ਭਾਵੈ ਤਿਉਂ ਰਾਖ ਤੂੰ, ਮੈਂ ਅਵਰ ਨਾ ਦੂਜਾ ਕੋਈ। ਜਿਵੇਂ ਤੈਨੂੰ ਚੰਗਾ ਲੱਗਦਾ ਤੂੰ ਉਸ ਤਰ੍ਹਾਂ ਮੈਨੂੰ ਰੱਖ, ਕਿਉਂਕਿ ਤੇਰੇ ਤੋਂ ਬਿਨਾਂ ਤੇਰੇ ਵਰਗਾ ਕੋਈ ਹੋਰ ਹੈ ਹੀ ਨਹੀਂ।
ਅੱਗੇ ਕਹਿੰਦੇ ਆਗੇ ਦੇਖੋ ਡੋ ਜਲੈ। ਡੋ ਜੰਗਲ ਦੀ ਅੱਗ। 3 ਅਗਨੀਆਂ ਗਿਣੀ ਗਈ ਧਰਮ 'ਚ। ਇੱਕ ਜੰਗਲ ਦੀ ਅੱਗ, ਜੇ ਬੜਵਾ ਅਗਨੀ ਕਹਿੰਦੇ, ਇੱਕ ਸਮੁੰਦਰ ਦੀ ਅੱਗ, ਇੱਕ ਮਾਤਾ ਦੇ ਪੇਟ ਦੀ ਅੱਗ। ਅਤੇ ਜਿਹੜੀ ਹੈ ਜੰਗਲ ਦੀ ਅੱਗ ਉਹਨੂੰ ਕਹਿੰਦੇ ਨੇ ਡੋ, ਜੰਗਲ ਦੀ ਅੱਗ। ਆਗੇ ਦੇਖੋ ਡੋ ਜਲੈ, ਪਾਛੈ ਹਰਿਓ ਅੰਗੂਰ। ਜਿਸ ਤੇ ਉਪਜੈ ਤਿਸ ਤੇ ਬਿਨਸੈ, ਘਟ ਘਟ ਸੱਚ ਭਰਪੂਰ। ਆਪੇ ਮੇਲ ਮਿਲਾਵਹੀ, ਸਾਚੈ ਮਹਿਲ ਹਦੂਰ। ਆਗੇ ਦੇਖੋ, ਜੋ ਮੈਂ ਅੱਗੇ ਦੇਖਦਾ ਡੋ ਜਲੈ, ਅੱਗ ਬਲ ਰਹੀ, ਭਾਵ ਮੁਰਦੇ ਸੜ ਰਹੇ ਨੇ, ਮੁਰਦੇ ਸੜ ਰਹੇ ਨੇ। ਪਾਛੈ ਹਰਿਓ ਅੰਗੂਰ, ਜੋ ਪਿੱਛੇ ਵੇਖਦਾ ਹਾਂ ਤਾਂ ਹਰੀ ਫਸਲ ਹੈ, ਪਰ ਲੋਕ ਜੰਮ ਰਹੇ ਨੇ। ਅੱਗੇ ਵੇਖਦਾ ਮੌਤ ਹੈ, ਲੋਕ ਮਰ ਰਹੇ ਨੇ। ਪਿੱਛੇ ਵੇਖਦਾ ਹੋਰ ਪੈਦਾ ਹੋ ਰਹੇ ਨੇ। ਅੰਗੂਰ ਹੁੰਦਾ ਜਦੋਂ ਕੋਈ ਬੀਜ ਫੁੱਟ ਪਵੇ ਨਾ, ਉਸ ਦੇ ਵਿੱਚੋਂ ਜਿਹੜੇ ਨਿਕਲਦੇ ਨੇ ਪੱਤੇ, ਉਹਨੂੰ ਕਹਿੰਦੇ ਅੰਗੂਰ। ਇਹ ਗ੍ਰੇਪਸ ਨਹੀਂ ਸਮਝ ਲੈਣਾ ਇੱਥੇ। ਹਰੇ ਅੰਗੂਰ ਭਾਵ ਹਰਿਆਵਲ ਹੈ, ਮਗਰ ਭਾਵ ਪਿੱਛੇ ਬੱਚੇ ਪੈਦਾ ਹੋ ਰਹੇ ਨੇ, ਅੱਗੇ ਮਰ ਰਹੇ ਨੇ। ਅੱਗੇ ਮੌਤ ਦਿਸਦੀ ਹੈ, ਪਿੱਛੇ ਜਨਮ ਦਿਸਦਾ ਹੈ। ਜਿਸ ਤੇ ਉਪਜੈ ਤਿਸ ਤੇ ਬਿਨਸ। ਇਹ ਮਨੁੱਖ ਜਿਸ ਤੋਂ ਪੈਦਾ ਹੁੰਦਾ ਹੈ, ਉਸ ਦੇ ਰਾਹੀਂ ਇਹ ਬਿਨਸਦਾ, ਮਰਦਾ ਹੈ। ਪੈਦਾ ਕਰਨ ਵਾਲਾ ਵੀ ਉਹ ਅਤੇ ਮਾਰਨ ਵਾਲਾ ਵੀ ਉਹ। ਬੰਦੇ ਦੇ ਵੱਸ ਤਾਂ ਹੈ ਹੀ ਨਹੀਂ ਹੈ, ਨਾ ਪੈਦਾ ਹੋਣਾ ਦੇ ਵੱਸ 'ਚ ਹੈ, ਨਾ ਮਰਨਾ ਦੇ ਵੱਸ 'ਚ ਹੈ। ਕੋਈ ਕਹਿਦਾ ਮੈਂ ਜੀ ਆਤਮ ਹੱਤਿਆ ਕਰਕੇ ਮਰ ਗਿਆ ਹੈ। ਆਤਮ ਹੱਤਿਆ ਉਹ ਆਪ ਨਹੀਂ ਮਰਿਆ ਹੈਗਾ, ਉਹ ਆਪਣੀ ਨਹੀਂ ਕੀਤਾ। ਉਹਦੇ ਲਿਖਿਆ ਹੋਇਆ ਸੀ ਪਰਮਾਤਮਾ ਨੇ ਪਹਿਲਾਂ ਕਿ ਤੂੰ ਆਤਮ ਹੱਤਿਆ ਕਰਕੇ ਮਰੇਗਾ, ਤੂੰ ਜ਼ਹਿਰ ਖਾ ਕੇ ਮਰੇਗਾ, ਤੂੰ ਡੁੱਬ ਕੇ ਮਰੇਗਾ, ਤੂੰ ਗੱਡੀ ਉਠਾ ਕੇ ਮਰੇਗਾ, ਤੂੰ ਕਤਲ ਹੋ ਜਾਏਗਾ, ਤੂੰ ਬਿਮਾਰੀ ਨਾਲ ਮਰੇਗਾ। ਜਦੋਂ ਅਸੀਂ ਪੈਦਾ ਹੋਏ ਸੀ ਉਦੋਂ ਹੀ ਪਰਮਾਤਮਾ ਨੇ ਲਿਖ ਦਿੱਤਾ ਸੀ ਕਿ ਤੂੰ ਫਲਾਣੇ ਦਿਨ ਮਰੇਗਾ, ਫਲਾਣੇ ਥਾਂ 'ਤੇ ਮਰੇਗਾ, ਫਲਾਣੇ ਕਾਰਨ ਮਰੇਗਾ। ਜਿਨ੍ਹਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ, ਉਹਨਾਂ ਨੂੰ ਪਤਾ ਲੱਗਦਾ ਮੈਂ ਕਿਹੜੀ ਤਰੀਕ ਨੂੰ ਮਰਾਂਗਾ। ਜਿਵੇਂ ਪੰਜਾਬ ਦਾ ਕੋਈ ਵੀ ਸੰਤ ਇਹ ਨਹੀਂ ਦੱਸ ਸਕਿਆ ਕਿ ਕਿਸਾਨਾਂ ਨਾਲ ਕੀ ਬੀਤੇਗੀ, ਨਹੀਂ, ਇਹਦੇ ਵਿੱਚ ਕਿਸੇ ਦੀ ਕੋਈ ਦਿਵ ਦ੍ਰਿਸ਼ਟੀ ਨਹੀਂ ਖੁੱਲ੍ਹੀ। ਕਿਤੇ ਸੰਤ ਸੀਤਲ ਸਿੰਘ ਜਿਉਂਦੇ ਹੁੰਦੇ ਮੈਂ ਉਹਨੂੰ ਪੁੱਛਣਾ ਸੀ ਵੀ ਬਾਬਾ ਜੀ ਦੱਸੋ ਕਿਆ ਬਣੇਗਾ, ਉਹਨਾਂ 10 ਦਿਨ ਵਿਆਹ ਬਣੂਗਾ। ਕਿਸੇ ਸੰਤ ਦਾ ਕੋਈ ਬਿਆਨ ਨਹੀਂ ਹੈ ਵੀ ਕੀ ਬਣੇਗਾ। ਕੋਈ ਜੇ ਦਿਵ ਦ੍ਰਿਸ਼ਟੀ ਖੁੱਲ੍ਹੀ ਹੁੰਦੀ, ਜਦੋਂ ਦਿਵ ਦ੍ਰਿਸ਼ਟੀ ਖੁੱਲ੍ਹਦੀ ਹੈ ਨਾ, ਪਾਸਟ ਪ੍ਰੈਜੈਂਟ ਅਤੇ ਫਿਊਚਰ ਪਤਾ ਲੱਗਣ ਲੱਗਾ। ਇਹ ਪਤਾ ਲੱਗਦਾ। ਹੁਣ ਜਿਸ ਸਵਾਮੀ ਨੇ ਉਹ ਕਿਤਾਬ ਲਿਖੀ ਆਪਣੇ ਗੁਰੂ ਦੇ, ਫਿਰ ਗੁਰੂ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਸੀ, ਤਾਂ ਹੀ ਉਹਨੇ ਕਿਹਾ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋ ਜਾਣਾ। 2 ਸਾਲ ਪਹਿਲਾਂ ਹੀ ਦੱਸਦਾ, 2 ਸਾਲ ਪਹਿਲਾਂ ਦੱਸਦਾ ਕਿ ਦੇਸ਼ ਨੇ 15 ਅਗਸਤ 1947 ਨੂੰ ਆਜ਼ਾਦ ਹੋ ਜਾਣਾ, ਅਤੇ ਉਦੋਂ ਹੀ ਹੋਇਆ। ਹੁਣ ਦੇਖਿਆ ਫਿਊਚਰ, ਉਹਨੇ ਫਿਊਚਰ ਦੇਖ ਲਿਆ। ਦੂਜੀ ਗੱਲ ਇਹ ਸਮਝਾਈ ਕਿ ਜਿਸ ਤੋਂ ਜੋ ਡਿਊਟੀ ਪਰਮਾਤਮਾ ਨੇ ਲੈਣੀ ਹੈ ਉਹ ਆਪੇ ਲਾ ਦਿੰਦਾ ਹੈ। ਅਸੀਂ ਆਪਣੀ ਮਰਜ਼ੀ ਨਾਲ ਕਿਸੇ ਡਿਊਟੀ 'ਤੇ ਨਹੀਂ ਲੱਗ ਸਕਦੇ, ਲੋ ਉਹੀ ਲਾਊਗਾ। ਤਾਂ ਹੀ ਉਹਨੇ ਕਿਹਾ ਵੀ ਸਵਾਮੀ ਜੀ ਕਹਿੰਦੇ ਮੈਂ 45 'ਚ ਕਿਹਾ, 1945 'ਚ ਆਪਣੇ ਗੁਰੂ ਨੂੰ ਸਵਾਮੀ ਜੀ ਕਹਿੰਦੇ ਸੀ ਵੀ ਸਵਾਮੀ ਜੀ ਸਾਰਾ ਦੇਸ਼ ਆਜ਼ਾਦੀ ਮੰਗ ਰਿਹਾ, ਮੈਨੂੰ ਵੀ ਜਾਣ ਦੀ ਆਗਿਆ ਬਖਸ਼ੋ, ਮੈਂ ਵੀ ਹਿੱਸਾ ਪਾਵਾਂ। ਜਿਹੜਾ ਲਿਖ ਰਿਹਾ ਉਹਦਾ ਨਾਂ ਸੀ ਰਾਮ। ਕਹਿੰਦੇ ਮੇਰੇ ਸਵਾਮੀ ਕੇ ਰਾਮ ਜਿਨ੍ਹਾਂ ਦੀ ਪਰਮਾਤਮਾ ਨੇ ਡਿਊਟੀ ਆਜ਼ਾਦੀ ਮੰਗਣ 'ਤੇ ਲਾਈ ਹੋਈ ਹੈ, ਉਹ ਆਜ਼ਾਦੀ ਮੰਗ ਰਹੇ ਹਨ। ਤੇਰੀ ਡਿਊਟੀ ਆਜ਼ਾਦੀ ਮੰਗਣਾ ਨਹੀਂ ਹੈ, ਤੇਰੀ ਡਿਊਟੀ ਦਾ ਪਰਮਾਤਮਾ ਨੇ ਰਾਮ ਰਾਮ ਕਰਨ ਅਤੇ ਰਾਮ ਰਾਮ ਕਰਾਉਣ ਦੀ ਲਾਈ ਹੋਈ ਹੈ। ਬਾਕੀ ਰਿਹਾ ਦੇਸ਼ ਆਜ਼ਾਦ ਹੋਣ ਦਾ, ਕਹਿੰਦੇ ਉਹ ਤਾਂ 15 ਅਗਸਤ 1947 ਨੂੰ ਆਜ਼ਾਦ ਹੋ ਜਾਣਾ।
ਤੇ ਦੇਖੋ ਹੋ ਗਿਆ। ਫਿਰ ਇਹਨੂੰ ਕਹਿੰਦੇ ਦ੍ਰਿਸ਼ਟੀਕੋਣ, ਇਸ ਨੂੰ ਕਹਿੰਦੇ ਨੇ ਦ੍ਰਿਸ਼ਟੀਕੋਣ। ਕਈ ਮਹਾਂਪੁਰਖ ਪਹਿਲਾਂ ਹੀ ਦੱਸ ਦਿੰਦੇ ਨੇ, ਅਸੀਂ ਫਲਾਣੀ ਤਰੀਕ ਨੂੰ ਇੰਨੇ ਵਜੇ ਪਏ ਸਰੀਰ ਤਿਆਗਣ। ਜੇ ਪਹਿਲਾਂ ਹੀ ਪਤਾ ਹੋਵੇ ਸ਼ਾਇਦ ਡੇਰਿਆਂ 'ਤੇ ਰੌਲਾ ਨਾ ਪਵੇ ਮਗਰੋਂ। ਹੁਣ ਪਤਾ ਵੀ ਇਸ ਸਰੀਰ ਤਿਆਗਣਾ, ਪਹਿਲੇ ਅਗਲੇ ਲਾ ਜਾਣ ਵੀ ਮੇਰੇ ਮਗਰੋਂ ਭਾਈ ਆਹ ਹੋਊਗਾ, ਜੀ ਕਹਦੇ ਡੇਰੇ 'ਤੇ ਰਹੋ, ਜੀ ਕਹਦੇ ਆਪਾਂ ਬੋਰੀ ਬਿਸਤਰ ਚੱਕੋ ਤੁਰ ਜਾਓ, ਮੇਰੇ ਮਗਰੋਂ ਫਲਾਣਾ ਹੋਊਗਾ ਮਾਲਕ, ਬਸ ਫਿਰ ਰੌਲਾ ਪਏਗਾ ਹੀ ਨਹੀਂ। ਉਹ ਅਚਾਨਕ ਮਰ ਜਾਂਦੇ ਨੇ, ਉਹਨਾਂ ਨੂੰ ਪਤਾ ਹੁੰਦਾ ਨਹੀਂ ਹੈ, ਪ੍ਰਬੰਧ ਮਗਰੋਂ ਕਰਕੇ ਨਹੀਂ ਜਾਂਦੇ, ਫਿਰ ਹਰ ਡੇਰੇ 'ਤੇ ਰੌਲਾ ਗੋਲਾ ਪੈ ਜਾਂਦਾ ਹੈ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿਸ ਤੇ ਉਪਜੈ ਤਿਸ ਤੇ ਬਿਨਸੈ, ਘਟ ਘਟ ਸੱਚ ਭਰਪੂਰ। ਜਿਸ ਤੋਂ ਮਨੁੱਖ ਪੈਦਾ ਹੁੰਦਾ ਉਸੇ ਰਾਹੀਂ ਇਹ ਬਿਨਸਦਾ ਮਰਦਾ ਹੈ। ਘਟ ਘਟ ਸੱਚ ਪਰਮਾਤਮਾ, ਭਰਪੂਰ ਮਨੇ ਪਰਿਪੂਰਨ ਵਸਦਾ ਹੈ। ਪਰਮਾਤਮਾ ਹਰ ਇੱਕ ਦੇ ਸਰੀਰ ਵਿੱਚ ਵਸਦਾ ਹੈ। ਉਹਦੇ ਹੁਕਮ ਨਾਲ ਹੀ ਮਨੁੱਖ ਪੈਦਾ ਹੁੰਦਾ, ਉਹਦੇ ਹੁਕਮ ਨਾਲ ਹੀ ਮਨੁੱਖ ਮਰਦਾ। ਆਪੇ ਮੇਲ ਮਿਲਾਪ ਹੀ ਸਾਚੈ ਮਹਿਲ ਹਦੂਰ। ਪਰਮਾਤਮਾ ਪਹਿਲਾਂ ਗੁਰੂ ਨਾਲ ਸਾਨੂੰ ਮਿਲਾਉਂਦਾ ਮੇਲ, ਗੁਰੂ ਨਾਲ ਮੇਲ ਕੇ ਮਿਲਾਪ ਹੀ ਫਿਰ ਆਪਣੇ ਨਾਲ ਮਿਲਾਉਂਦਾ। ਉਹ ਪਹਿਲਾਂ ਸਾਨੂੰ ਗੁਰੂ ਨਾਲ ਮਿਲਾਉਂਦਾ, ਉਹ ਸਿੱਧਾ ਨਹੀਂ ਸਾਨੂੰ ਮਿਲਾਉਂਦਾ। ਉਹ ਪਹਿਲਾਂ ਸਾਨੂੰ ਗੁਰੂ ਕੋਲੇ ਭੇਜਦਾ, ਫਿਰ ਗੁਰੂ ਮਹਾਰਾਜ ਵਿਚੋਲੇ ਬਣ ਕੇ ਸਾਨੂੰ ਪਰਮਾਤਮਾ ਨਾਲ ਮਿਲਾਉਂਦੇ ਨੇ। ਆਪੇ ਮੇਲ ਮਿਲਾਪ ਹੀ, ਆਪ ਹੀ ਗੁਰੂ ਨਾਲ ਮਿਲਾਉਂਦਾ, ਫਿਰ ਉਸ ਗੁਰੂ ਰਾਹੀਂ ਫਿਰ ਆਪਣੇ ਨਾਲ ਮਿਲਾਉਂਦਾ ਹੈ। ਸਾਚੈ ਮਹਿਲ ਹਦੂਰ। ਪਰਮਾਤਮਾ ਆਪਣੇ ਮਹਿਲ 'ਚ ਆਪਣੀ ਹਜ਼ੂਰੀ ਦੇ ਵਿੱਚ ਕਹਿੰਦੇ ਫਿਰ ਉਸ ਨੂੰ ਮਿਲਾ ਲੈਂਦਾ, ਸੱਦ ਲੈਂਦਾ। ਅੱਗੇ ਕਹਿੰਦੇ ਸਾ ਤੁਝ ਸੰਭਲਾਂ ਕਦੇ ਨਾ ਵਿਸਾਰਿਓ। ਇਹ ਸਾ ਨਾਉਨ ਹੈ, ਨਾਮ ਹੋਵੇ, ਪੜਨਾਮ ਹੋਵੇ, ਵਿਸ਼ੇਸ਼ਣ ਹੋਵੇ, ਭਾਵ ਕਿਰਿਆ ਨਾ ਹੋਵੇ। ਜੇ ਸ਼ਬਦ ਕਿਰਿਆ ਨਹੀਂ ਤਾਂ ਉਹਦੇ ਹਾਹੇ ਨੂੰ ਸਿਆਰੀ ਨਹੀਂ ਬੋਲਦੇ। ਹੁਣ ਤੁਸੀਂ ਕਹੋ ਸਿਆਰੀ ਕਿਉਂ ਲੱਗੀ ਹੈ? ਸਾ ਤਾਂ ਕੱਲਾਂ ਦਾ ਸਵਾਸ, ਇੱਥੇ ਹਾਹੇ ਨੂੰ ਸਿਆਰੀ ਲੱਗੇ, ਹਰ ਸਵਾਸ ਨਾਲ ਕਰਕੇ ਸਿਆਰੀ ਲੱਗੀ। ਇਹ ਸਾ ਤੁਝ ਸੰਭਲਾਂ ਕਦੇ ਨਾ ਵਿਸਾਰਿਓ। ਜਿਉਂ ਜਿਉਂ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪੀਓ। ਮਨ ਤਨ ਤੇਰਾ ਤੂੰ ਧਣੀ ਗਰਭ ਨਿਵਾਰ ਸਮੇਓ। ਇਹ ਤਿੰਨੋਂ ਬਿੰਦੀ ਨਾ ਬੋਲਣ। ਸਾ ਤੁਝ ਸੰਭਲਾਂ, ਜੇ ਸਾ ਸ਼ਬਦ ਲਾਈਨ ਦੇ ਅਖੀਰ ਵਿੱਚ ਆ ਜਾਂਦਾ ਤਾਂ ਕਈ ਵਾਰੀ ਸਾਨੂੰ ਤੁਕਾਂਤ ਮਿਲਾਉਣ ਲਈ ਸਾਹੇ ਪੜ੍ਹਨਾ ਪੈਂਦਾ ਹੈ, ਨਹੀਂ ਤੇ ਇਹ ਸਾ ਹੈ। ਹਰ ਸਵਾਸ ਨਾਲ ਸੰਭਲਾ ਹੁੰਦਾ ਯਾਦ ਕਰਾਂ। ਹੇ ਪਰਮਾਤਮਾ, ਹਰ ਸਵਾਸ ਨਾਲ ਤੈਨੂੰ ਯਾਦ ਕਰਾਂ, ਕਦੇ ਨਾ ਵਿਸਾਰਿਓ, ਕਦੇ ਵੀ ਤੈਨੂੰ ਨਾ ਵਿਸਾਰਾਂ। ਮੈਂ ਹਰ ਸਵਾਸ ਨਾਲ ਤੈਨੂੰ ਯਾਦ ਕਰਾਂ, ਤੈਨੂੰ ਕਦੇ ਵੀ ਨਾ ਵਿਸਾਰਾਂ। ਜਿਉਂ ਜਿਉਂ ਸਾਹਿਬ ਮਨ ਵਸੈ, ਜਿਉਂ ਜਿਉਂ ਪਰਮਾਤਮਾ ਦੀ ਯਾਦ ਮਨ 'ਚ ਵਸੇ ਨਾ, ਗੁਰਮੁਖ ਅੰਮ੍ਰਿਤ ਪੀਉ, ਤਾਂ ਮੈਂ ਗੁਰੂ ਰਾਹੀਂ ਇਹ ਨਾਮ ਅੰਮ੍ਰਿਤ ਪੀਵਾਂਗਾ। ਗੁਰੂ ਦੇ ਰਾਹੀਂ ਨਾਮ ਅੰਮ੍ਰਿਤ ਪੀਵਾਂਗਾ। ਮਨ ਤਨ ਤੇਰਾ ਤੂੰ ਧਣੀ। ਧਣੀ ਹੁੰਦਾ ਮਾਲਕ। ਇਹ ਪਰਮਾਤਮਾ ਤੂੰ ਮਾਲਕ ਹੈ, ਮੇਰਾ ਮਨ ਅਤੇ ਤਨ ਤੇਰਾ ਹੈ। ਇਹ ਮੈਂ ਤੇਰੇ ਹਵਾਲੇ ਕੀਤਾ, ਤੂੰ ਮੇਰਾ ਮਾਲਕ ਹੈ। ਗਰਭ ਨਿਵਾਰ ਸਮੇਓ। ਗਰਭ ਹੁੰਦਾ ਹੰਕਾਰ, ਨਿਵਾਰ ਹੁੰਦਾ ਦੂਰ ਕਰਕੇ, ਸਮੇਓ ਮੈਨੇ ਸਮਾ ਜਾਵਾਂ, ਅਤੇ ਮੈਂ ਆਪਣਾ ਹੰਕਾਰ ਦੂਰ ਕਰਕੇ ਤੇਰੇ ਵਿੱਚ ਸਮਾ ਜਾਵਾਂ। ਸੋ ਉਹ ਸਾਧਨ ਕੀ ਹੈ? ਸਾ ਤੁਝ ਸੰਭਲਾਂ। ਸਵਾਸ ਯਾਦ ਕਰਨਾ, ਉਹਨੂੰ ਕਦੇ ਵੀ ਨਾ ਵਿਸਾਰਨਾ।
ਜਦੋਂ ਮੰਨ ਲਓ ਅਸੀਂ ਸਵਾਸ ਸਵਾਸ ਜਪ ਰਹੇ ਨਾ ਵਾਹਿਗੁਰੂ ਵਾਹਿਗੁਰੂ, ਮਤਲਬ ਅਸੀਂ ਭੁੱਲ ਹੀ ਨਹੀਂ ਰਹੇ, ਨਾਮ ਜਪੀ ਜਾਣਾ ਹੈ ਬਸ। ਔਰ ਸੰਸਾਰਿਕ ਕੰਮ ਤੇ ਇਸ ਲਈ ਕਰਨੇ ਨੇ ਕਿ ਸਾਨੂੰ ਸਰੀਰ ਲੱਗਾ ਹੈ, ਸਾਡਾ ਪਰਿਵਾਰ ਹੈ। ਪਰਿਵਾਰ ਨੂੰ ਅਸੀਂ ਜਾਂ ਆਪਣੇ ਸਰੀਰ ਨੂੰ ਅਸੀਂ ਮਾਇਆ ਤੋਂ ਬਿਨਾਂ ਨਹੀਂ ਪਾਲ ਸਕਦੇ। ਸੰਸਾਰ ਨੂੰ ਚਲਾਉਣ ਲਈ, ਪਰਿਵਾਰ ਨੂੰ ਚਲਾਉਣ ਲਈ, ਆਪਣੇ ਸਰੀਰ ਨੂੰ ਚਲਾਉਣ ਲਈ ਮਾਇਆ ਦੀ ਲੋੜ ਹੈ। ਇਸ ਕਰਕੇ ਅਸੀਂ ਨੌਕਰੀ ਕਰਦੇ ਹਾਂ, ਕੋਈ ਕੰਮ ਕਰਦੇ ਹਾਂ, ਦੁਕਾਨਦਾਰੀ ਕਰਦੇ ਹਾਂ, ਵਪਾਰ ਕਰਦੇ ਹਾਂ। ਅਸੀਂ ਜਿਹੜਾ ਕੰਮ ਕਰਦੇ ਹਾਂ ਉਹ ਤਾਂ ਇਸ ਲਈ ਕਰਦੇ ਹਾਂ ਕਿ ਸਾਨੂੰ ਪੈਸਾ ਮਿਲੇ ਅਤੇ ਪੈਸੇ ਨਾਲ ਅਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕੀਏ। ਪਰ ਜਿਹੜਾ ਮੁੱਖ ਉਦੇਸ਼ ਹੈ ਉਹ ਹੈ ਨਾਮ ਜਪਣਾ, ਉਹ ਨਾਮ ਜਪਣਾ, ਉਹ ਸਵਾਸ ਸਵਾਸ ਪਰਮਾਤਮਾ ਨੂੰ ਯਾਦ ਕਰਨਾ। ਪਹਿਲਾਂ ਤਾਂ ਜਿੰਨਾ ਸਮਾਂ ਵਿਹਲ ਮਿਲੇ ਉਹਨਾਂ ਕਰੀਦਾ ਹੁੰਦਾ, ਕੰਮ ਛੱਡ ਕੇ ਨਾਮ ਨਹੀਂ ਜਪੀਦਾ ਹੁੰਦਾ, ਕੰਮ ਛੱਡ ਕੇ ਨਾਮ ਨਹੀਂ ਜਪੀਦਾ ਹੁੰਦਾ। ਜਿਹੜਾ ਸਮਾਂ ਵਿਹਲਾ ਮਿਲੇ ਪਹਿਲਾਂ ਤਾਂ ਉਸ ਸਮੇਂ ਦਾ ਸਦਉਪਯੋਗ ਕਰੋ, ਉਸ ਸਮੇਂ 'ਚ ਪਰਮਾਤਮਾ ਨੂੰ ਯਾਦ ਕਰੋ ਜਿੰਨਾ ਵੀ ਵਿਹਲਾ ਸਮਾਂ ਮਿਲਿਆ। ਜੇ ਤੁਹਾਨੂੰ ਮੰਨ ਲਓ 2 ਘੰਟੇ ਹੀ ਕੁੱਲ 24 ਘੰਟਿਆਂ 'ਚੋਂ ਵਿਹਲ ਮਿਲੀ ਹੈ, ਸਪੋਜ਼ ਕਰੋ 6 ਘੰਟੇ ਸੌਣਾ ਤੁਸੀਂ, ਇਹ ਜ਼ਰੂਰੀ ਹੈ। 6 ਘੰਟੇ ਸੌਂ ਲਏ, ਬਾਕੀ ਰਹਿ ਗਏ 18 ਘੰਟੇ 24 'ਚ। ਮੰਨ ਲਓ ਤੁਸੀਂ ਬਹੁਤ ਕੰਮ ਕਰਦੇ ਹੋ, 16 ਘੰਟੇ ਤੁਸੀਂ ਕੰਮ ਕਰ ਲਿਆ ਹੈ, ਫਿਰ ਵੀ ਤੁਹਾਡੇ ਕੋਲ ਟਾਈਮ ਬਚ ਗਿਆ। ਜਿੰਨਾ ਸਮਾਂ ਬਚੇ ਪਹਿਲਾਂ ਉਸ ਦੇ ਵਿੱਚ ਸਿਮਰਨ ਕਰਨਾ। ਫਿਰ ਕੀ ਹੋਏਗਾ, ਜਿਉਂ-ਜਿਉਂ ਤੁਸੀਂ ਸਿਮਰਨ ਕਰੋਗੇ ਤੁਹਾਨੂੰ ਟਾਈਮ ਜ਼ਿਆਦਾ ਬਚਣਾ ਸ਼ੁਰੂ ਹੋ ਜਾਵੇਗਾ, ਵੇਲ ਮਿਲਣੀ ਸ਼ੁਰੂ ਹੋ ਜਾਏਗੀ। ਪਹਿਲਾਂ 4 ਘੰਟੇ ਦੀ ਵੇਲ ਸੀ, 2 ਘੰਟੇ ਦੀ ਸੀ, ਮੰਨ ਲਓ 1 ਘੰਟੇ ਦੀ ਸੀ, 1 ਘੰਟੇ ਦੀ ਵੇਲ ਸੀ, 1 ਘੰਟਾ ਸਿਮਰਨ ਕਰਦੇ ਰਹੇ। ਕੁਝ ਮਹੀਨਿਆਂ ਤੋਂ ਬਾਅਦ ਤੁਹਾਡੀ ਵੇਲ 1.5 ਘੰਟੇ ਦੀ ਹੋ ਜਾਏਗੀ, ਫਿਰ 1.5 ਘੰਟਾ ਸਿਮਰਨ ਕਰੋ, ਫਿਰ ਹੌਲੀ ਹੌਲੀ ਵੇਲ 2 ਘੰਟੇ ਦੀ ਹੋ ਜਾਏਗੀ, ਐਂ ਵੇਲ ਵੱਧਦੀ ਜਾਵੇਗੀ। ਇਹ ਸੰਸਾਰਿਕ ਕੰਮ ਘਟਦੇ ਜਾਣਗੇ, ਇਹ ਘਟਦੇ ਜਾਣਗੇ, ਜ਼ਿੰਮੇਵਾਰੀਆਂ ਘਟਦੀਆਂ ਜਾਣਗੀਆਂ। ਜਿਉਂ-ਜਿਉਂ ਜ਼ਿੰਮੇਵਾਰੀਆਂ ਘਟਣਗੀਆਂ ਤਿਉਂ ਚਿੰਤਾ ਘਟੇਗੀ, ਜਿਉਂ-ਜਿਉਂ ਚਿੰਤਾ ਘਟੇਗੀ ਮਨ ਬਾਣੀ 'ਚ ਨਾਮ 'ਚ ਲੱਗੇਗਾ। ਸੋ ਇਸ ਲਈ ਪਹਿਲਾਂ ਜਿੰਨਾ ਸਮਾਂ ਵਿਹਲਾ ਹੈ ਉਸ ਨੂੰ ਵਰਤਣਾ, ਉਹਨੂੰ ਵਰਤਣਾ। ਖਿਜਣਾ ਨਹੀਂ ਹੈ ਮੈਨੂੰ ਵੇਲ ਨਹੀਂ ਹੈ, ਨਹੀਂ, ਜਿੰਨੀ ਵੇਲ ਉਨੀ ਸਹੀ, ਜਿੰਨੀ ਵੇਲ ਹੈ ਉਨੀ ਸਹੀ। ਅੱਧੇ ਘੰਟੇ ਦੀ ਵੇਲੇ ਅੱਧਾ ਘੰਟਾ ਸਿਮਰਨ ਕਰੋ। ਜੇ ਤੁਸੀਂ ਅੱਧਾ ਘੰਟਾ ਵੀ ਸਿਮਰਨ ਕਰੋ, ਹੌਲੀ 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 ਤੁਸੀਂ 1 ਘੰਟੇ 'ਤੇ ਪਹੁੰਚ ਜਾਓਗੇ। ਵੇਲ ਫਿਰ ਪਰਮਾਤਮਾ ਨੇ ਦੇਣੀ ਹੈ, ਕਿਉਂ ਕਹਿੰਦੇ ਇਹ ਮੇਰਾ ਕੰਮ ਕਰ ਰਿਹਾ। ਹਾਲਾਂਕਿ ਕਰ ਤੁਸੀਂ ਆਪਣੇ ਹੀ ਰਹੇ ਹਾਂ, ਸਿਮਰਨ ਜੇ ਕਰ ਰਹੇ ਹਾਂ ਆਪਣੇ ਫਾਇਦੇ ਲਈ ਕਰ ਰਹੇ ਹਾਂ, ਪਰ ਕਰ ਨਾਮ ਤੇ ਪਰਮਾਤਮਾ ਦਾ ਜਪ ਰਹੇ ਨਾ। ਉਹ ਕਹਿੰਦੇ ਨਹੀਂ, ਇਹ ਮੇਰਾ ਕੰਮ ਕਰ ਰਿਹਾ, ਹੁਣ ਮੈਂ ਇਹਦਾ ਕਰਨਾ। ਇਹ ਬੰਦਾ ਨਹੀਂ ਵੀ ਅਕਿਰਤ ਕਹਾਣ ਹੈ ਜੀ, ਤੁਸੀਂ ਕਿਹਦਾ ਫਾਇਦਾ ਕਰੋ ਅਤੇ ਕੱਲ੍ਹ ਨੂੰ ਤੁਹਾਡਾ ਫਾਇਦਾ ਨਾ ਸਗੋਂ ਨੁਕਸਾਨ ਕਰਦੇ। ਕਈ ਲੋਕ ਮੈਂ ਦੇਖਿਆ ਤੁਸੀਂ ਉਹਦਾ ਫਾਇਦਾ ਕੀਤਾ, ਸਮਾਂ ਪਾ ਕੇ ਤੁਹਾਡਾ ਨੁਕਸਾਨ ਕਰ ਦੇਣਗੇ। ਉਹਨੂੰ ਬੜੀ ਲੋੜ ਸੀ ਪੈਸੇ ਦੀ, ਤੁਹਾਡੇ ਤਰਲੇ ਕੱਢਦਾ ਸੀ, ਵਾਕਈ ਲੋੜ ਵੀ ਸੀ, ਤੁਸੀਂ ਉਹਦੀ ਸਹਾਇਤਾ ਕਰਤੀ, ਮਗਰ ਉਹ ਬੇਈਮਾਨ ਹੋ ਗਿਆ ਹੈ, ਤੁਹਾਡੇ ਪੈਸੇ ਨਹੀਂ ਮੁੜਦਾ। ਐਸੇ ਨਹੀਂ, ਅਕਿਰਤ ਕਣ ਨਹੀਂ, ਬੰਦਾ ਅਕਿਰਤ ਕਣ ਹੋ ਸਕਦਾ ਹੈ, ਪਰ ਪਰਮਾਤਮਾ ਅਕਿਰਤ ਕਣ ਨਹੀਂ ਹੈ। ਜਦੋਂ ਅਸੀਂ ਉਹਦਾ ਨਾਮ ਜਪਦੇ ਹਾਂ, ਉਹਦਾ ਕੰਮ ਕਰਦੇ ਹਾਂ, ਪਰਮਾਤਮਾ ਸਾਡੇ ਕੰਮ ਕਰਦਾ ਹੈ। ਧੰਨੇ ਭਗਤ ਦਾ ਜੀਵਨ ਗਵਾਹ ਹੈ। ਪਰਮਾਤਮਾ ਉਹਦੇ ਬਲਦ ਵੀ ਹਿੱਕਦਾ ਸੀ, ਪਰਮਾਤਮਾ ਉਹਦੇ ਖੇਤਾਂ ਨੂੰ ਪਾਣੀ ਵੀ ਲਾਉਂਦਾ ਸੀ, ਸਭ ਕੁਝ ਕਰਦਾ ਸੀ। ਇਸ ਲਈ ਜੇ ਅਸੀਂ ਪਰਮਾਤਮਾ ਦਾ ਨਾਮ ਜਪਾਂਗੇ ਤਾਂ ਪਰਮਾਤਮਾ ਵੀ ਸਾਡੇ ਕੰਮ ਕਰੇਗਾ। ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਦਾ ਵੇ। ਜਿੱਥੇ ਜਿੱਥੇ ਵੀ ਪਰਮਾਤਮਾ ਦੇ ਸੇਵਕ ਦਾ ਕੰਮ ਹੁੰਦਾ ਹੈ,
ਪਰਮਾਤਮਾ ਨੂੰ ਸਵਾਰ ਲਈ ਉੱਥੇ ਭੱਜੇ ਹੀ ਜਾਂਦਾ, ਧਾਵਾ ਉਹਦਾ ਭੱਜੇ ਜਾਣਾ। ਇਹ ਨਹੀਂ ਵੀ ਹੌਲੀ ਹੌਲੀ ਜਾਂਦਾ ਜੀ, ਜਾਂ ਕੱਲ੍ਹ ਨੂੰ ਜਾਊਂਗਾ, ਨਾ ਜੀ, ਉਸੇ ਵੇਲੇ। ਇਸ ਲਈ ਅਸੀਂ ਤਾਂ ਇੱਕੋ ਹੀ ਕੰਮ ਕਰਨਾ, ਨਾਮ ਜਪਣਾ ਹੈ। ਅਤੇ ਨਾਮ ਦੇ ਕਿੰਨੇ ਲਾਭ ਨੇ, ਉਹ ਸਾਰੇ ਸੁਖਮਨੀ ਸਾਹਿਬ ਦਿੱਤੇ ਹੋਏ ਨੇ। ਪਹਿਲੀਆਂ 2 ਅਸ਼ਟਪਦੀਆਂ ਨੇ, ਕਿੰਨੇ ਲਾਭ ਨੇ। ਤੇ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕੁਝ ਸੁਝੈ। ਅਜੇ ਸਭ ਕੁਝ ਸੁਝਣ ਵਾਲੀ ਅਵਸਥਾ ਹੀ ਨਹੀਂ ਆਈ, ਕਿਉਂਕਿ ਇਹਨਾਂ ਸਿਮਰੇ ਨਹੀਂ ਲੋਕ ਕਰ ਰਹੇ। ਜੋ ਸਭ ਕੁਝ ਸੁਝੇਗਾ, ਸਮਝੋ ਹੁਣ ਦਿਵ ਦ੍ਰਿਸ਼ਟੀ ਖੁੱਲ੍ਹ ਗਈ ਹੈ। ਜੋ ਦਿਵ ਦ੍ਰਿਸ਼ਟੀ ਖੁੱਲ੍ਹੀ, ਫਿਰ ਆਪੇ ਸਭ ਕੁਝ ਸੁਝੇਗਾ। ਇਸ ਲਈ ਸਿਮਰਨ ਵਧਾਉਣ ਲੱਗ ਜਾਓ, ਆਪੇ ਪਰਮਾਤਮਾ ਕਿਰਪਾ ਕਰਦਾ ਰਹੇਗਾ। ਅਸੀਂ ਇੱਕ ਵਾਰੀ ਸੱਚੇ ਦਿਲੋਂ ਲੱਗਣਾ ਹੈ। ਅੱਗੇ ਗੁਰੂ ਮਹਾਰਾਜ ਗਏ, ਜਿਨ ਇਹ ਜਗਤ ਉਪਾਇਆ, ਤ੍ਰਿਭਵਨ ਕਰ ਆਕਾਰ, ਗੁਰਮੁਖ ਚਾਨਣ ਜਾਣੀਏ, ਮਨਮੁਖ ਮੁਗਧ ਗੁਵਾਰ, ਘਟ ਘਟ ਜੋਤ ਨਿਰੰਤਰੀ, ਬੂਝੈ ਗੁਰਮਤਿ ਸਾਰ। ਜਿਨ ਇਹ ਜਗਤ ਉਪਾਇਆ, ਜਿਸ ਨੇ ਪਰਮਾਤਮਾ ਨੇ, ਜਿਨ ਇੱਕ ਵਚਨ ਹੈ, ਜਿਸ ਪਰਮਾਤਮਾ ਨੇ ਸੰਸਾਰ ਬਣਾਇਆ, ਤ੍ਰਿਭਵਨ ਕਰ ਆਕਾਰ, ਫਿਰ ਤਿੰਨੋਂ ਭਵਨ ਬਣਾਏ, ਉਹਨਾਂ ਦਾ ਆਕਾਰ ਬਣਾਇਆ ਹੈ, ਤਿੰਨੋਂ ਭਵਨ ਬਣਾਏ। ਗੁਰਮੁਖ ਚਾਨਣ ਜਾਣੀਏ, ਪਰ ਗਿਆਨ ਤੇ ਗੁਰੂ ਰਹੀ ਹੋਵੇਗਾ। ਚਾਨਣ ਭਾਵ ਗਿਆਨ। ਮਨਮੁਖ ਮੁਗਧ ਗੁਵਾਰ, ਗੁਵਾਰ ਦਾ ਕੁੱਪ ਹਨੇਰਾ। ਮਨਮੁਖ ਤੇ ਮੁਗਧ ਹੈ, ਮੂਰਖ ਹੈ, ਉਹਦੇ ਅੰਦਰ ਦੇ ਕੁੱਪ ਹਨੇਰਾ ਹੈ। ਜਿਹੜਾ ਗੁਰਮੁਖ ਹੁੰਦਾ ਹੈ, ਉਹਦੇ ਅੰਦਰ ਚਾਨਣ ਹੁੰਦਾ ਹੈ, ਉਹਦੇ ਅੰਦਰ ਗਿਆਨ ਹੁੰਦਾ ਹੈ। ਗੁਰਮੁਖ ਹੈ ਨਾ, ਉਹ ਗੁਰੂ ਦੇ ਆਖੇ ਲੱਗਦੇ ਨੇ, ਉਹਦੇ ਅੰਦਰ ਸਮਝੋ ਗਿਆਨ ਹੈ, ਚਾਨਣ ਹੈ। ਜਿਹੜਾ ਮਨਮੁਖ ਹੈ, ਉਹ ਮਨ ਮਰਜ਼ੀ ਕਰਦਾ ਹੈ, ਸਮਝੋ ਉਹਦਾ ਗੁਬਾਰ ਕੁੱਪ ਹਨੇਰਾ ਹੈ। ਅਤੇ ਕੁੱਪ ਹਨੇਰੇ 'ਚ ਕੋਈ ਕੰਮ ਵੀ ਕਾਮਯਾਬੀ ਨਾਲ ਨਹੀਂ ਕੀਤਾ ਜਾ ਸਕਦਾ। ਹਨੇਰੇ 'ਚ ਕੰਮ ਨਹੀਂ ਠੀਕ ਹੁੰਦਾ, ਕੰਮ ਚਾਨਣ 'ਚ ਹੀ ਠੀਕ ਹੁੰਦਾ। ਸੋ ਗੁਰਮੁਖ ਦੇ ਅੰਦਰ ਗਿਆਨ ਦਾ ਚਾਨਣ ਹੁੰਦਾ, ਮਨਮੁਖ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੁੰਦਾ ਹੈ। ਘਟ ਘਟ ਜੋਤ ਨਿਰੰਤਰੀ, ਜੋਤ ਪਰਮਾਤਮਾ ਦੀ ਜੋਤ ਸਾਰਿਆਂ ਦੇ ਵਿੱਚ ਲਗਾਤਾਰ ਹੈ। ਨਿਰੰਤਰ ਨੇ ਲਗਾਤਾਰ, ਨਿਰੰਤਰੀ ਉਸ ਲਗਾਤਾਰ ਪਰਮਾਤਮਾ ਦੀ ਪਾ ਜੋਤ ਸਭ ਦੇ ਵਿੱਚ ਹੈ। ਬੂਝੈ ਗੁਰਮਤਿ ਸਾਰ, ਪਰ ਜਿਹੜਾ ਗੁਰੂ ਦੀ ਮੱਤ 'ਤੇ ਚੱਲੇਗਾ, ਇਹ ਉਸ ਸਾਰ ਉੱਤਮ ਚੀਜ਼ ਨੂੰ ਸਮਝ ਸਕਦਾ ਹੈ। ਉਹੀ ਸਮਝਦਾ ਜਿਹੜਾ ਗੁਰੂ ਦੇ ਗੁਰਮਤਿ ਅਨੁਸਾਰ ਚੱਲੇਗਾ ਕਿ ਹਰ ਇੱਕ ਸਰੀਰ 'ਚ ਪਰਮਾਤਮਾ ਦੀ ਜੋਤ ਹੈ। ਇਹ ਜਿਹੜਾ ਸਾਰ ਤੱਤ ਹੈ, ਜੋ ਅਸਲੀਅਤ ਹੈ, ਇਹ ਗੁਰੂ ਦੀ ਮੱਤ ਗ੍ਰਹਿਣ ਕਰਨ ਵਾਲੇ ਨੂੰ ਸੋਝੀ ਹੁੰਦੀ ਹੈ। ਗੁਰਮੁਖ ਜਿਨੀ ਜਾਣਿਆ, ਤਿਨ ਕੀਚੈ ਸ਼ਾਬਾਸ਼, ਸੱਚੇ ਸੇਤੀ ਰਲ ਮਿਲੇ, ਸੱਚੇ ਗੁਣ ਪ੍ਰਗਾਸ, ਨਾਨਕ ਨਾਮ ਸੰਤੋਖੀਆ, ਜੀਓ ਪਿੰਡ ਪ੍ਰਭ ਪਾਸ। ਗੁਰਮੁਖ ਜਿਨੀ ਜਾਣਿਆ, ਜਿਨ੍ਹਾਂ ਨੇ ਗੁਰੂ ਰਾਹੀਂ ਪਰਮਾਤਮਾ ਨੂੰ ਜਾਣ ਲਿਆ। ਤਿੰਨ ਕੀਚੈ ਸ਼ਾਬਾਸ਼, ਤਿੰਨ ਨੰਨਣ ਸਿਆਰੀ ਨੇ, ਇਸ ਲਈ ਬਹੁਵਚਨ ਹੈ। ਜਿਨ੍ਹਾਂ ਨੇ ਗੁਰੂ ਰਾਹੀਂ ਪਰਮਾਤਮਾ ਨੂੰ ਜਾਣ ਲਿਆ, ਤਿੰਨ ਕੀਚੈ ਸ਼ਾਬਾਸ਼, ਉਹਨਾਂ ਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ। ਵੀ ਸ਼ਾਬਾਸ਼ ਭਾਈ, ਤੁਸੀਂ ਪਰਮਾਤਮਾ ਨੂੰ ਜਾਣ ਲਿਆ ਹੈ। ਜਾਣੇਗਾ ਕੌਣ? ਜੋ ਗੁਰਮੁਖ ਹੋਏਗਾ, ਜੋ ਗੁਰੂ ਦੇ ਆਖੇ ਲੱਗੇਗਾ। ਗੁਰਮੁਖ ਨਿਰਾ ਗੁਰੂ ਧਾਰਨ ਕਰਨ ਵਾਲੇ ਨੂੰ ਨਹੀਂ ਕਹਿੰਦੇ। ਗੁਰਮੁਖ ਹੁੰਦਾ ਜਿਹੜਾ ਗੁਰੂ ਦੇ ਆਖੇ ਲੱਗਦਾ ਹੈ, ਅਸਲ ਉਹ ਗੁਰਮੁਖ ਹੈ। ਵਿਦਿਆਰਥੀ ਇਹ ਨਹੀਂ ਹੁੰਦਾ ਕਿ ਹਾਂ ਸਕੂਲ 'ਚ ਜਾਂਦਾ ਅਤੇ ਵਿਦਿਆਰਥੀ ਹੈ। ਵਿਦਿਆਰਥੀ ਤਾਂ ਅਸਲ ਉਹ ਜਿਹੜਾ ਟੀਚਰ ਦੇ ਆਖੇ ਲੱਗਦਾ ਹੈ। ਨਿਰੇ ਸਕੂਲ ਆਉਣ ਜਾਣ ਨਾਲ ਬੰਦਾ ਪਾਸ ਨਹੀਂ ਹੁੰਦਾ, ਜਿੰਨਾ ਚਿਰ ਆਖੇ ਨਹੀਂ ਲੱਗਦਾ। ਹੁਣ ਇੱਕ ਵਿਦਿਆਰਥੀ ਸੀ, ਉਹਦੀਆਂ 100% ਹਾਜ਼ਰੀਆਂ ਸਨ। 7ਵੀਂ ਦਾ ਬੱਚਾ, ਇੱਕ ਦਿਨ ਵੀ ਗੈਰ ਹਾਜ਼ਰ ਨੇ ਸਾਰੇ ਸਾਲ 'ਚ।
ਹੁਣ ਅਸੀਂ ਉਦੋਂ ਇਮਤਿਹਾਨਾਂ ਤੋਂ ਪਹਿਲਾਂ ਇਨਾਮ ਵੀ ਦਿੱਤਾ ਸਟੇਜ 'ਤੇ ਕਿ ਦੇਖੋ ਦਾਤੇ ਦੀ ਕਿੰਨੀ ਕਿਰਪਾ ਇਸ ਬੱਚੇ 'ਤੇ ਕਿ 1 ਸਾਲ ਦੇ ਵਿੱਚ ਢਿੱਲਾ ਮੱਠਾ ਵੀ ਨਹੀਂ ਹੋਇਆ। ਨਹੀਂ ਤਾਂ ਬੰਦਾ ਬਿਮਾਰੀ ਹੋ ਜਾਂਦਾ, ਕੋਈ ਬੁਖਾਰ ਚੜ੍ਹਦਾ, ਕੋਈ ਜ਼ੁਕਾਮ ਲੱਗਦਾ, ਬੱਚੇ ਛੁੱਟੀ ਨਾ, ਕੋਈ ਕੰਮ ਵੀ ਨਹੀਂ ਉਹਨੂੰ ਹੋਇਆ, ਕਿਤੇ ਵਾਂਢੇ ਵੀ ਨਹੀਂ ਗਿਆ, ਸਾਰਾ ਸਾਲ ਆਉਂਦਾ ਰਿਹਾ ਪਰ ਉਹ ਫੇਲ ਹੋ ਰਿਹਾ। ਸਿਆਪਾ ਹੈ। ਹੁਣ ਅਖੀਰ ਨੂੰ ਟੀਚਰਾਂ ਨੂੰ ਹੈਡਮਾਸਟਰ ਨਾਲ ਗੱਲ ਕਰਨੀ ਪਈ ਵੀ ਇਹ ਵੀ ਮਾੜੀ ਗੱਲ ਹੈ ਜੀ ਵੀ ਬੱਚੇ ਦੀ ਹਾਜ਼ਰੀ 100% ਹੋਵੇ ਅਤੇ ਅਸੀਂ ਉਹਨੂੰ ਫੇਲ ਕਰ ਦਈਏ। ਤਾਂ ਸਰਕਾਰ ਕੱਲ੍ਹ ਨੂੰ ਪੁੱਛੇ ਜਦੋਂ ਬੱਚਾ 365 ਦਿਨ ਸਕੂਲੇ ਆਇਆ ਤੁਸੀਂ ਕੀ ਟੀਚਰ ਕੀ ਕਰਦੇ ਰਹੇ, ਇਹਦੇ ਵਿੱਚ ਤੁਸੀਂ ਪੜ੍ਹਾਇਆ ਨਹੀਂ। ਅਖੀਰ 'ਤੇ ਫੈਸਲਾ ਹੋਇਆ ਕਿ ਇਹਨੂੰ ਪਾਸ ਕਰ ਦਿਓ, ਗ੍ਰੇਸ ਮਾਰਕਸ ਦੇ ਕੇ ਉਹਨੂੰ ਪਾਸ ਕੀਤਾ। ਹਾਲਾਂਕਿ ਯੋਗ ਨਹੀਂ ਸੀ, ਆਉਂਦਾ ਸੀ ਪਰ ਪੜ੍ਹਾਈ ਨਹੀਂ ਸੀ ਕਰਦਾ। ਇਸ ਲਈ ਨਿਰਾ ਆਉਣ ਨਾਲ ਕੀ ਹੋਏਗਾ? ਨਿਰਾ ਗੁਰੂ ਵਾਲੇ ਬਣਨ ਨਾਲ ਗੱਲ ਨਹੀਂ ਬਣਦੀ ਜਿੰਨਾ ਚਿਰ ਅਸੀਂ ਗੁਰੂ ਦੇ ਆਖੇ ਨਹੀਂ ਲੱਗਦੇ। ਉਹ ਬੱਚਾ ਆਈ ਤੇ ਗਿਆ ਪਰ ਕੰਮ ਨਹੀਂ ਕੀਤਾ। ਚਲੋ ਜੇ ਕਮਜ਼ੋਰ ਹੈ ਬੱਚਾ ਉਹਨੂੰ ਹੁਸ਼ਿਆਰ ਕਰਨਾ ਟੀਚਰ ਦਾ ਕੰਮ ਹੈ। ਹਾਂ, ਬੱਚੇ ਦੇ ਪਰਮਾਤਮਾ ਨੇ ਦਿਮਾਗ ਹੀ ਨਹੀਂ ਉਹਨੂੰ ਦਿੱਤਾ ਫਿਰ ਤਾਂ ਅਸੀਂ ਕੁਛ ਨਹੀਂ ਕਰ ਸਕਦੇ। ਜੇ ਪਰਮਾਤਮਾ ਨੂੰ ਦਿਮਾਗ ਨਹੀਂ ਦਿੱਤਾ, ਉਹ ਹੈ ਹੀ ਡਫਰ, ਫਿਰ ਤਾਂ ਕੁਛ ਨਹੀਂ ਕੀਤਾ ਜਾ ਸਕਦਾ। ਪਰ ਫਿਰ ਵੀ ਸ਼ਾਬਾਸ਼ ਉਸਦੇ ਵੀ ਉਹ ਸਾਰਾ ਸਾਲ ਆਉਂਦਾ ਰਿਹਾ, ਸਿਰਫ ਇਸ ਕਰਕੇ ਉਹਨੂੰ ਪਾਸ ਕਰਨਾ ਪਿਆ। ਸੋ ਇਸ ਲਈ ਇਹ ਨਹੀਂ ਸਮਝਣਾ ਚਾਹੀਦਾ ਜੇ ਬੱਚਾ ਸਮਝੇ ਮੈਂ ਤਾਂ ਜੀ ਸਾਰਾ ਸਾਲ ਜਾਂਦਾ ਸੀ ਅਤੇ ਮੈਂ ਪਾਸ ਹੋ ਜਾਵਾਂਗਾ। ਅਗਰ ਉਹ ਟੀਚਰਾਂ ਦੇ ਆਖੇ ਨਹੀਂ ਲੱਗਦਾ, ਉਹ ਹੋਮਵਰਕ ਨਹੀਂ ਕਰਦਾ। ਕਈ ਤਾਂ ਪੇਰੈਂਟਸ ਵਿਚਾਰੇ ਇੰਨੇ ਦੁਖੀ ਸਨ। 8ਵੀਂ ਦਾ ਬੱਚਾ, ਮੈਂ ਉਹਦੇ ਬਾਪ ਨੂੰ ਸੱਦਿਆ, ਮੈਂ ਜੀ ਹੋਮਵਰਕ ਤਾਂ ਕਰਦਾ ਨਹੀਂ ਹੈਗਾ। ਜੇ ਮੈਨੂੰ ਕੁੱਟਦਾ ਤਾਂ ਮੈਨੂੰ ਕਹਿੰਦਾ ਮੇਰੇ ਨਾ ਜੀ ਦਿਲ 'ਚ ਛੇਕ ਹੈ ਜੀ। ਮੈਂ ਤੁਹਾਨੂੰ ਸੱਦਿਆ ਵੀ ਕੀ ਵਾਕਈ ਦੇ ਦਿਲ 'ਚ ਛੇਕ ਹੈ? ਜਦੋਂ ਮੈਨੂੰ ਥੱਪੜ ਮਾਰ ਲੱਗੇ ਤਾਂ ਸਰ ਜੀ ਮੈਨੂੰ ਥੱਪੜ ਨਾ ਮਾਰਿਓ, ਮੇਰੇ ਦਿਲ 'ਚ ਛੇਕ ਹੈ, ਕਿਤੇ ਮੈਂ ਮਰੀ ਨਾ ਜਾਵਾਂ। ਮੈਂ ਤੁਹਾਨੂੰ ਸਿਰਫ ਇਸ ਲਈ ਸੱਦਿਆ ਕਿ ਮੈਨੂੰ ਦੱਸੋ ਇਹਦੇ ਵਾਕਈ ਛੇਕ ਹੈ? ਕਹਿੰਦਾ ਹਾਂ ਜੀ ਜੰਮਦੇ ਹੀ ਛੇਕ ਸੀ। ਮੈਂ ਬੋਲੋ ਫਿਰ? ਕਹਿੰਦੇ ਦੇਖੋ ਜੀ ਇਹ ਨਾ ਸਾਡਾ ਇਕੱਲਾ ਮੁੰਡਾ ਹੈ, ਇਹ ਜਦੋਂ ਅਸੀਂ ਇਹਨੂੰ ਕੁਛ ਕਹਿੰਦੇ ਹਾਂ ਸਾਨੂੰ ਧਮਕੀ ਦਿੰਦਾ, ਘਨੌਰ ਦੇ ਨਾਲ ਪੱਕੀ ਨਹਿਰ ਲੰਘਦੀ ਹੈ। ਕਹਿੰਦਾ ਮੈਂ ਤਾਂ ਨਹਿਰ 'ਚ ਡੁੱਬੂੰਗਾ। ਕਹਿੰਦੇ ਸਰ ਜੀ ਤੁਸੀਂ ਇਹਨੂੰ ਨਾ ਥੱਪੜ ਮਾਰਿਓ, ਜੇ ਇਹ ਨਹਿਰ 'ਚ ਡੁੱਬ ਗਿਆ ਨਾ ਮੈਨੂੰ ਤਾਂ ਪਤਾ ਹੈ ਮੇਰਾ ਜਿਹਾ ਲੋਕਾਂ ਨੇ ਮੇਰੀ ਘਰ ਵਾਲੀ ਚੱਕ ਦੇਣਾ, ਤੁਹਾਡੇ ਵਿਰੁੱਧ ਮੁਕੱਦਮਾ ਚੱਲ ਜਾਣਾ, ਦਫਾ ਕਰੋ ਇਹਨੂੰ ਬਸ ਪੜ੍ਹਾਈ 'ਚ ਜੇ ਕਲਾਸ ਨੂੰ ਪੜ੍ਹਾਉਣੇ ਪੜ੍ਹਾਈ ਜਾਓ, ਇਹਦਾ ਜੇ ਕੰਮ ਵਿਖਾਉਂਦਾ ਚੈੱਕ ਕਰ ਲਓ, ਇਸ ਤੋਂ ਸੁਣੋ ਕੁਛ ਨਾ। ਜੇ ਤੁਸੀਂ ਸੁਣੋਗੇ ਇਹਨੇ ਸੁਣਾਉਣਾ ਨਹੀਂ, ਫਿਰ ਜੇ ਤੁਸੀਂ ਇਹਨੂੰ ਸਜ਼ਾ ਨਹੀਂ ਦਿਓਗੇ ਦੂਜੇ ਕਹਿਣਗੇ ਜੀ ਇਹਨੂੰ ਤਾਂ ਕੁਛ ਕਿਹਾ ਨਹੀਂ, ਸਾਨੂੰ ਤੁਸੀਂ ਕਹਿੰਦੇ ਹੋ, ਇਸ ਲਈ ਇਸ ਤੋਂ ਸੁਣੋ ਹੀ ਨਾ। ਹੋਮਵਰਕ ਵਿਖਾਉਂਦਾ ਠੀਕ ਹੈ, ਦੱਸੋ ਕਦੇ ਨਹੀਂ ਵਿਖਾਉਂਦਾ ਦਫਾ ਹੋਵੇ। ਆ ਵੀ ਹਾਲ। ਇਸ ਲਈ ਨਿਰਾ ਗੁਰੂ ਵਾਲੇ ਹੋਣਾ ਨਹੀਂ ਗੱਲ ਬਣਦੀ ਜਿੰਨਾ ਚਿਰ ਬੰਦਾ ਗੁਰਮੁਖ ਨਹੀਂ ਹੁੰਦਾ, ਗੁਰੂ ਦੇ ਆਖੇ ਜਿੰਨਾ ਚਿਰ ਨਹੀਂ ਲੱਗਦਾ। ਅਸਲ ਉਹ ਗੁਰਮੁਖ ਹੁੰਦਾ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਹਾਂ ਗੁਰਮੁਖ ਜਿਨੀ ਜਾਣਿਆ ਤਿਨ ਕੀਚੈ ਸ਼ਾਬਾਸ਼। ਗੁਰੂ ਰਾਹੀਂ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਜਾਣ ਲਿਆ ਉਹਨਾਂ ਨੂੰ ਕਹਿੰਦੇ ਸ਼ਾਬਾਸ਼ ਦਿਓ। ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ। ਸੱਚੇ ਪ੍ਰਮਾਤਮਾ ਦੇ ਨਾਲ ਸੇਤੀ ਨਾਲ, ਜਿਹੜੇ ਪ੍ਰਮਾਤਮਾ ਦੇ ਨਾਲ ਰਲ ਗਏ, ਸੱਚੇ ਗੁਣ ਪ੍ਰਗਾਸ, ਪ੍ਰਮਾਤਮਾ ਦੇ ਗੁਣ ਉਹਨਾਂ ਦੇ ਵਿੱਚ ਪ੍ਰਕਾਸ਼ਿਤ ਹੋ ਜਾਂਦੇ ਨੇ। ਉਹਦੇ ਅੰਦਰ ਪ੍ਰਮਾਤਮਾ ਦੇ ਗੁਣਾਂ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਹ ਗਿਆਨਵਾਨ ਹੋ ਜਾਂਦੇ ਹਨ। ਕਿਉਂਕਿ ਪ੍ਰਮਾਤਮਾ ਨਾਲ ਅਸੀਂ ਮਿਲਾਂਗੇ ਹੀ ਤਾਂ ਜੇ ਸਾਡੇ 'ਚ ਪ੍ਰਮਾਤਮਾ ਵਾਲੇ ਗੁਣ ਪੈਦਾ ਹੋ ਜਾਣੇ। ਬੰਦਾ ਮਿਲਦਾ ਹੀ ਹੋਇਆ, ਸੋ ਉਹਨਾਂ ਦੇ ਅੰਦਰ ਗੁਣਾਂ ਦਾ ਪ੍ਰਕਾਸ਼ ਹੋ ਜਾਂਦਾ ਹੈ ਜਿਹੜੇ ਪ੍ਰਮਾਤਮਾ ਨਾਲ ਮਿਲ ਜਾਂਦੇ ਹਨ। ਨਾਨਕ ਨਾਮ ਸੰਤੋਖੀਆ
ਜੀਓ ਪਿੰਡ ਪ੍ਰਪਾਸ। ਜਿਹੜਾ ਸਬਰ ਸੰਤੋਖ ਹੈ ਉਹ ਪ੍ਰਮਾਤਮਾ ਦੇ ਨਾਮ ਰਾਹੀਂ ਹੁੰਦਾ। ਮੰਮੀ ਨੂੰ ਖਿਚਾਰੀ ਹੈ ਨਾਮ, ਨਾਮ ਨਾਲ, ਨਾਮ ਰਾਹੀਂ, ਨਾਮ ਨਾਲ ਕਹਿੰਦੇ ਫਿਰ ਅੰਦਰ ਸਬਰ ਸੰਤੋਖ ਪੈਦਾ ਹੁੰਦਾ। ਫਿਰ ਮੈਨੂੰ ਕਹਿੰਦਾ ਜੀਓ ਪਿੰਡ ਪ੍ਰਪਾਸ। ਇਹ ਜਿੰਦ, ਇਹ ਸਰੀਰ, ਪਿੰਡ ਦਾ ਸਰੀਰ, ਫਿਰ ਉਹ ਪਰਮਾਤਮਾ ਦੇ ਹਵਾਲੇ ਕਰ ਦਿੰਦਾ ਕਿ ਸੱਚੇ ਪਾਤਸ਼ਾਹ ਮੇਰਾ ਸਰੀਰ, ਮੇਰੀ ਜਿੰਦ ਇਹ ਤੇਰੇ ਹਵਾਲੇ ਹੈ, ਤੂੰ ਹੀ ਅਸਲ ਮੇਰਾ ਮਾਲਕ ਹੈ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।